ਸਾਡੇ ਦੇਸ਼ ਦਾ ਗਰੂਰ ਤੇਜਿੰਦਰਪਾਲ ਸਿੰਘ ਤੂਰ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੇ ਨਿਊਜ਼ ਰੂਮ ਚ ਪਹੁੰਚੇ ਨੇ 2018 ਏਸ਼ੀਅਨ ਗੇਮਸ ਦੇ ਵਿੱਚ ਸਾਡੇ ਲਈ 골ਡ ਮੈਡਲ ਲੈ ਕੇ ਆਏ ਸੀ ਤੇ ਹੁਣ ਇੱਕ ਵਾਰ ਫਿਰ ਤੋਂ 2023 ਦੇ ਵਿੱਚ ਏਸ਼ੀਅਨ ਗੇਮਸ ਦੇ ਵਿੱਚ ਦੇਸ਼ ਨੂੰ ਰਿਪਰੈਜ਼ੈਂਟ ਕਰਨਗੇ। ਸਵਾਗਤ ਹੈ ਤੁਹਾਡਾ ਤੇਜਿੰਦਰਪਾਲ ਜੀ। ਹਾਂਜੀ ਥੈਂਕ ਯੂ ਜੀ। ਡੇਲੀ ਪੋਸਟ ਦੇਖ ਰਹੇ ਸਾਰਿਆਂ ਨੂੰ ਮੇਰੀ ਹੈਲੋ ਸਤਿ ਸ਼੍ਰੀ ਅਕਾਲ ਜੀ। ਦੇਖੋ ਵੈਸੇ ਸ਼ਾਰਟ ਪੁੱਟ ਦੀ ਗੱਲ ਕੀਤੀ ਜਾਂਦੀ ਹੈ, ਤੁਸੀਂ ਦੇਖ ਸਕਦੇ ਹੋ ਵੈਸੇ ਤੁਹਾਡੀ ਹਾਈਟ ਔਰ ਇਹ ਸਾਰਾ ਕੁਝ ਜ਼ਰੂਰ ਜਾਣਦੇ ਆ ਕਿ ਕਿੰਨੀ ਹਾਈਟ ਹੈ, ਕਿੰਨਾ weight ਹੈ, ਇਸ ਤੇ ਕਿੰਨਾ ਧਿਆਨ ਰੱਖਣਾ ਪੈਂਦਾ ਹੈ ਤੇ ਪੂਰੀ ਤਿਆਰੀ ਹੋਈ ਹੈ। ਮਹਿਜ਼ 20 ਦਿਨ ਰਹਿ ਗਏ। ਹਾਂਜੀ ਨਹੀਂ ਮੇਰੇ ਪਿੱਛੇ ਜੇ ਮੈਂ ਏਸ਼ੀਅਨ ਚੈਂਪੀਅਨਸ਼ਿਪ ਗਿਆ ਸੀਗਾ ਜੀ, ਗਰੋਇਨ ਪ੍ਰੋਬਲਮ ਆ ਗਈ ਸੀ, ਹੁਣ ਬੈਟਰ ਆ ਤੇ ਮੈਨੂੰ ਲੱਗਦਾ ਇਸ ਵਾਰ ਫਿਰ 골ਡ ਮੈਡਲ ਲੈ ਕੇ ਆਵਾਂਗੇ ਜੀ। ਹਾਂਜੀ ਅੱਛਾ, ਸਾਡੀ ਟੀਮ ਤੁਹਾਡੇ ਤੋਂ ਸਵਾਲ ਕਰੇਗੀ। ਸਾਡੇ CEO ਜਗਦੀਪ ਸੰਧੂ ਜੀ ਸਾਡੇ ਨਾਲ ਨੇ, ਐਡੀਟਰ ਇਨ ਚੀਫ, ਇਸ ਦੇ ਨਾਲ ਹੀ ਇਨਪੁਟ ਹੈਡ ਪ੍ਰਮੋਦ ਸ਼ਰਮਾ ਜੀ ਸੀਨੀਅਰ ਐਂਕਰ ਵੀ ਸਾਡੇ ਨਾਲ ਨੇ। ਤੁਹਾਨੂੰ ਯਾਦ ਹੋਵੇਗਾ ਪਹਿਲਾਂ ਇਹਨਾਂ ਨੇ ਤੁਹਾਡੀ ਇੰਟਰਵਿਊ ਕੀਤੀ ਸੀ ਜਦੋਂ ਤੁਸੀਂ ਪਹਿਲਾ ਮੈਡਲ ਲੈ ਕੇ ਆਏ ਸੀਗੇ। ਹਾਂਜੀ ਬਿਲਕੁਲ ਬਹੁਤ ਵਧੀਆ ਲੱਗਦਾ ਵੀ ਜਿੱਦਾਂ ਕ੍ਰਿਕਟ ਨੂੰ ਸਾਰੇ ਪ੍ਰਮੋਟ ਕਰ ਰਹੇ ਨੇ ਤੇ ਜਿੱਦਾਂ ਸਰ ਨੇ ਦੱਸਿਆ ਵੀ ਲੌਂਗ ਡਿਸਟੈਂਸ ਸਰ ਕਰਦੇ ਸੀਗੇ ਤੇ ਉਹ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਐਥਲੈਟਿਕ ਨੂੰ ਵੀ ਪ੍ਰਮੋਟ ਕਰ ਰਹੇ ਨੇ। ਮੈਨੂੰ ਬੜੀ ਖੁਸ਼ੀ ਹੁੰਦੀ ਆ ਵੀ ਨਿਊਜ਼ ਚੈਨਲ ਵੀ ਸਪੈਸ਼ਲ ਸਾਨੂੰ ਸੱਦ ਕੇ ਇੰਟਰਵਿਊ ਲੈਂਦੇ ਨੇ ਤੇ ਲੋਕਾਂ ਨੂੰ ਸਾਡੇ ਬਾਰੇ ਦੱਸਦੇ ਨੇ। ਇਸ ਵਾਰ ਵੀ ਜਦੋਂ ਗੇਮ ਸੀਗੀਆਂ ਉਦੋਂ ਅਸੀਂ ਪ੍ਰਾਥਮਿਕਤਾ ਦੇ ਨਾਲ ਕਹਿ ਸਕਦੇ ਹਾਂ ਕਿ ਸਾਰੀਆਂ ਗੇਮਸ ਕਵਰ ਕੀਤੀਆਂ। ਜਿੰਨੇ ਵੀ ਸਾਡੇ ਪਲੇਅਰ ਇਸ ਵਾਰ ਗਏ ਹੋਏ ਸੀਗੇ ਅਸੀਂ ਉਹਨਾਂ ਸਾਰਿਆਂ ਨੂੰ ਐਥਲੈਟਿਕ ਚੈਂਪੀਅਨਸ਼ਿਪ ਸਾਰੀ ਅਸੀਂ ਕਵਰ ਕੀਤੀ। ਹਾਂਜੀ ਅੱਛਾ ਨਹੀਂ ਬਹੁਤ ਵਧੀਆ ਗੱਲ ਆ ਜੀ, ਇਹ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਆ ਜੀ। ਹਾਂਜੀ ਦੇਖੋ ਜ਼ਰੂਰੀ ਵੀ ਹੈ ਕਿਉਂਕਿ ਜਿਹੜੀ ਕ੍ਰਿਕਟ ਹੈ ਨਾ ਉਹ ਸਿਰਫ 14 ਤੋਂ 15 ਕੰਟਰੀਜ਼ ਖੇਡਦੀਆਂ, ਲੇਕਿਨ ਇੰਡੀਵਿਜੂਅਲ ਮੈਡਲ ਜਿਹੜਾ ਇੱਕ ਲੈਣਾ 170-80 ਦੇਸ਼ ਹੁੰਦੇ ਆ, ਉਹਨਾਂ ਵਿੱਚ ਕੰਪੀਟ ਕਰਨਾ ਬਹੁਤ ਵੱਡਾ ਅਚੀਵਮੈਂਟ ਹੁੰਦਾ। ਅਸੀਂ ਦੇਖਿਆ ਨੀਰਜ ਚੋਪੜਾ ਨੇ 골ਡ ਮੈਡਲ ਜਿੱਤਿਆ, ਹਾਲਾਂਕਿ ਏਸ਼ੀਅਨ ਚੈਂਪੀਅਨ ਨੇ, ਔਰ ਜਦੋਂ ਵੀ ਕੋਈ ਵੱਡੀ ਚੈਂਪੀਅਨਸ਼ਿਪ ਹੁੰਦੀ ਇਹਨਾਂ ਨਾਲ ਥੋੜਾ ਅਨਲੱਕੀ ਰਹੇ ਹੈ। ਮੈਨੂੰ ਯਾਦ ਹੈ ਪਿਛਲੀ ਇੰਟਰਵਿਊ 'ਚ ਤੁਹਾਨੂੰ ਉਹਨੂੰ ਗਲੈਡੀਏਟਰ ਕਿਹਾ ਸੀ। ਗਲੈਡੀਏਟਰ ਉਹ ਇਨਸਾਨ ਹੁੰਦਾ ਜਿਹੜਾ ਅਸਾਧਾਰਨ ਜਿਹੜੇ ਡਿਫਿਕਲਟੀਜ਼ ਵਿੱਚੋਂ ਨਿਕਲ ਕੇ ਜਿਹੜਾ ਪਰਫਾਰਮ ਕਰਦਾ। 2018 ਤੁਸੀਂ ਏਸ਼ੀਅਨ ਚੈਂਪੀਅਨ ਬਣੇ, ਆਉਂਦਿਆਂ ਹੀ ਸਭ ਤੋਂ ਤੁਹਾਡੀ ਸੁਪਨਾ ਸੀ ਕਿ ਆਪਣੇ ਫਾਦਰ ਨੂੰ ਮੈਡਲ ਦੇਣਾ, ਲੇਕਿਨ ਉਦੋਂ ਇਹ ਸੈਟਬੈਕ ਹੋਇਆ ਸੀ। ਉਸ ਤੋਂ ਬਾਅਦ ਤੁਹਾਡੇ ਗ੍ਰੈਂਡ ਮਦਰ ਦੀ ਡੈਥ ਹੋ ਗਈ ਜਿਹੜੇ ਤੁਹਾਨੂੰ ਇਨਸਪਾਇਰ ਕਰਦੇ ਰਹੇ ਆ। ਕਿੰਨਾ ਔਖਾ ਰਿਹਾ ਇਹ ਜਿਹੜਾ ਸੰਘਰਸ਼ ਜੀਵਨ ਦਾ, ਕਿਉਂਕਿ ਇੱਕ ਸਪੋਰਟਸਮੈਨ ਲਈ ਜਿਹੜਾ ਪੀਕ ਟਾਈਮ ਹੁੰਦਾ ਉਹਦੇ ਵਿੱਚ ਇਹੋ ਜਿਹੇ ਸੈਟਬੈਕਸ ਤੋਂ ਨਿਕਲਣਾ ਮੋਟੀਵੇਟ ਕਿਵੇਂ ਕਰਦੇ ਹੋ ਆਪਣੇ ਆਪ ਨੂੰ? ਜੀ ਮੈਂ ਇਹ ਮੰਨੂਗਾ ਵੀ ਇੱਕ ਐਥਲੀਟ ਨਹੀਂ ਹੁੰਦਾ, ਉਹਦੇ ਨਾਲ ਇੱਕ ਟੀਮ ਹੁੰਦੀ ਹੈ ਪੂਰੀ। ਜਿੱਦਾਂ ਉਹਦੀ ਫੈਮਿਲੀ, ਉਹਦੇ ਫਰੈਂਡਸ ਉਹਨੂੰ ਹਰ ਟਾਈਮ ਪੁਸ਼ ਕਰਦੇ ਨੇ ਵੀ ਅੱਗੇ ਤੁਸੀਂ ਵੀ ਵਧੀਆ ਕਰਨਾ। ਜਿੱਦਾਂ ਹੁਣ ਡੈਡੀ ਨੂੰ ਕੈਂਸਰ ਸੀਗਾ ਜੀ, ਉਹ ਕਿਤੇ ਵੀ ਲੈ ਕੇ ਜਾਣਾ, ਟ੍ਰੀਟਮੈਂਟ ਕਰਾਉਣਾ, ਮੇਰੀ ਮਦਰ ਮੇਰੇ ਫਰੈਂਡਸ ਸਾਰਾ ਲੈ ਕੇ ਜਾਂਦੇ ਸੀ। ਉਹ ਕਹਿੰਦੇ ਵੀ ਤੂੰ ਆਪਣਾ ਗੇਮ ਤੇ ਫੋਕਸ ਕਰ, ਤੇ ਉਹਨਾਂ ਦੀ ਬਦੌਲਤ ਮੇਰਾ ਏਸ਼ੀਅਨ ਗੇਮਸ 'ਚ ਮੈਡਲ ਆਇਆ। ਤੇ ਮੇਰਾ ਸੁਪਨਾ ਸੀਗਾ ਵੀ ਮੈਂ ਜਦੋਂ ਮੈਡਲ ਲੈ ਕੇ ਆਇਆ ਵੀ ਮੈਂ ਉਹਨਾਂ ਦੇ ਗਲ 'ਚ ਪਾਵਾਂ, ਪਰ ਉਹ ਪਲ ਮੈਨੂੰ ਨਸੀਬ ਨਹੀਂ ਹੋਈ। ਹਾਂਜੀ ਪਰ ਜਿੱਥੇ ਵੀ ਹੋਣਗੇ ਬੜੇ ਖੁਸ਼ ਹੋਣਗੇ। ਮੈਂ ਦੱਸਦਾ ਕਿ ਤੂਰ ਸਾਹਿਬ ਦੇ ਜਿਹੜੇ ਆ ਏਸ਼ੀਅਨ ਚੈਂਪੀਅਨ ਤੇ ਹੈ ਨੇ, ਏਸ਼ੀਅਨ ਰਿਕਾਰਡ ਵੀ ਤੋੜਿਆ ਨਾ। 21.77 ਮੀਟਰ ਜਿਹੜਾ ਗੋਲਾ ਜਿਹਨੂੰ ਸ਼ਾਰਟਪੁੱਟ ਵੀ ਕਹਿੰਦੇ ਆ, ਇਹਨਾਂ ਨੇ ਸੁੱਟਿਆ ਸੀ 21.70, ਉਹੀ ਆਪਣਾ ਨੈਸ਼ਨਲ ਰਿਕਾਰਡ ਆ ਔਰ ਕਾਫੀ ਪੁਰਾਣਾ ਰਿਕਾਰਡ ਇਹਨਾਂ ਤੋੜਿਆ ਸੀ। ਲੱਗਦਾ ਹੈ ਕਿ ਉਹ ਬੈਸਟ ਪਰਫਾਰਮੈਂਸ ਹੈ ਕਿ ਹਜੇ ਬਹੁਤ ਕੁਝ ਦੇਖਣ ਵਾਲਾ ਹੈ, ਕਿਉਂਕਿ ਹੁਣ ਠੀਕ 21 ਦਿਨਾਂ ਦੇ ਬਾਅਦ ਤੁਸੀਂ 20-21 ਦਿਨ ਦੇ ਬਾਅਦ ਚਾਈਨਾ ਦੇ ਵਿੱਚ ਤੁਸੀਂ ਆਪਣਾ 골ਡ ਮੈਡਲ ਡਿਫੈਂਡ ਕਰਨ ਵਾਲੇ ਹੋ, ਤੇ ਲੱਗਦਾ ਕਿ ਪੀਕ ਹਜੇ ਆਉਣ ਵਾਲਾ ਹੈ। ਜੀ ਬਿਲਕੁਲ ਮੈਨੂੰ ਲੱਗ ਰਿਹਾ ਵੀ ਮੈਂ ਲੱਗ ਹੀ ਰਿਹਾ ਵੀ ਆਸ ਆ ਪੂਰੀ ਵੀ 골ਡ ਮੈਡਲ ਆਪਾਂ ਲੈ ਕੇ ਆਵਾਂਗੇ। ਮੈਂ ਦੱਸ ਦੇਣਾ ਚਾਹੁੰਦਾ ਵੀ ਪਹਿਲਾਂ ਗੇਮ 2018 ਤੋਂ ਮੈਂ ਆਪਣੇ ਵਾਸਤੇ ਕਰ ਰਿਹਾ ਸੀ, ਤੇ ਜਦੋਂ 2018 ਤੋਂ ਬਾਅਦ ਡੈਡੀ ਐਕਸਪਾਇਰ ਹੋਏ, ਮੈਂ ਹੁਣ ਜੋ ਗੇਮ ਕਰ ਰਿਹਾ ਮੈਂ ਉਹਨਾਂ ਦਾ ਸੁਪਨਾ ਪੂਰਾ ਕਰਨ ਵਾਸਤੇ ਕਰ ਰਿਹਾ ਬਈ 올림픽 'ਚ ਮੈਡਲ ਲੈ ਕੇ ਆਵਾਂ, ਏਸ਼ੀਅਨ ਗੇਮ 'ਚ ਫਿਰ ਡਿਫੈਂਡਿੰਗ ਚੈਂਪੀਅਨ ਬਣਾ। ਹਾਂਜੀ ਕਿਸ ਤਰ੍ਹਾਂ ਦੀ ਤੁਹਾਡੀ ਟ੍ਰੇਨਿੰਗ ਚੱਲ ਰਹੀ ਹੈ? 20 ਦਿਨ ਰਹਿ ਗਏ ਹੈ ਔਰ ਇੰਜਰੀ ਤੋਂ ਵੀ ਬਚਣਾ ਹੈ, ਥੋੜਾ weight ਦਾ ਵੀ ਖਿਆਲ ਰੱਖਣਾ, ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਕਿ ਸ਼ਾਰਟ ਪੁੱਟਰਸ ਬਹੁਤ ਹੈਵੀ weight ਟਾਈਪ ਹੀ ਹੁੰਦੇ ਆ। ਕੀ ਪਲਾਨਿੰਗ ਕੀਤੀ ਹੋਈ ਹੈ, ਅੱਗੇ ਕਿਵੇਂ ਵਧਣਾ ਹੁਣ? ਜਿੱਦਾਂ ਹੁਣ ਮੈਂ ਗਰੋਇੰਗ ਏਸ਼ੀਅਨ ਚੈਂਪੀਅਨਸ਼ਿਪ ਤੇ ਬ੍ਰੇਕ ਟੁੱਟ ਗਿਆ ਸੀਗਾ ਜੀ, ਤੇ ਉਹ ਫਿਰ ਡਾਕਟਰ ਬੰਬੇ ਦੇ ਵਿੱਚ ਪਾਰਟੀ ਵਾਲਾ ਜੀ, ਉਹਨਾਂ ਨੇ ਉਹਦੇ ਵਿੱਚ PRP ਕੀਤੀ। ਹੁਣ ਮੈਂ ਰੀਹੈਬ ਕਰ ਕੰਪਲੀਟ ਆਲਮੋਸਟ ਹੋ ਗਿਆ ਮੇਰਾ, ਤੇ ਹੁਣ ਮੈਂ ਲਾਸਟ ਸੈਸ਼ਨ ਤੋਂ ਥਰੋਆਂ ਵੀ ਸ਼ੁਰੂ ਕਰਤੀਆਂ। ਤੇ ਜਿੱਦਾਂ ਹੁਣ 15-20 ਦਿਨ ਬਾਅਦ ਟੀਮ ਜਾਣੀ ਆ ਵੀ ਮੈਂ ਆਪਣਾ ਜੋ 100% ਪਰਫਾਰਮੈਂਸ ਜ਼ੋਰ ਲਾਉਂਗਾ ਮੈਂ ਏਸ਼ੀਅਨ ਗੇਮਸ ਤੇ ਹੀ ਲਾਉਂਗਾ ਜੀ, ਇੱਥੇ ਪ੍ਰੈਕਟਿਸ 'ਚ ਜ਼ਿਆਦਾ ਜ਼ੋਰ ਨਹੀਂ ਲਾਉਂਗਾ ਜੀ ਮੈਂ। ਅੱਛਾ, ਅਸੀਂ ਦੇਖਿਆ ਹੰਗਰੀ ਵਿੱਚ ਸਾਡੇ ਜਿਹੜੇ ਜੈਵਲਿਨ ਥਰੋਅਰ ਸੀ, ਸ਼ਾਇਦ ਪਹਿਲਾ ਮੌਕਾ ਸੀ ਕਿ
ਫਾਈਨਲ ਵਿੱਚ ਤਿੰਨ ਜਿਹੜੇ ਜੈਵਲਿਨ ਥਰੋਰ ਪਹੁੰਚੇ ਹੋਏ ਸੀ ਔਰ ਮੈਨੂੰ ਲੱਗਦਾ ਇਹਦਾ ਸਾਰਾ ਕ੍ਰੈਡਿਟ ਜਿਹੜਾ ਹੈ ਉਹ ਨੀਰਜ ਚੋਪੜਾ ਨੂੰ ਜਾਂਦਾ ਕਿਉਂਕਿ ਜਿਸ ਮੁਕਾਮ ਤੇ ਪਹੁੰਚ ਗਿਆ ਜਿੱਥੇ ਕੰਪੀਟ ਕਰ ਰਿਹਾ ਉਹ ਜੋ ਦਬਦਬਾ ਦਿਖਾ ਰਿਹਾ ਕਿਉਂਕਿ ਫਿਨਲੈਂਡ ਵਰਗੀ ਕੰਟਰੀਜ਼ ਜਿਹੜੀਆਂ ਨੇ ਉਹ ਟ੍ਰੈਡੀਸ਼ਨਲ ਪਾਵਰ ਹਾਊਸ ਮੰਨੀਆਂ ਗਈਆਂ ਨੇ ਜੈਵਲਿਨ ਦੀਆਂ। ਸ਼ਾਰਟ ਪੁੱਟ 'ਚ ਤੁਸੀਂ ਕੀ ਫਿਊਚਰ ਦੇਖ ਰਹੇ ਹੋ ਕਿਉਂਕਿ ਸ਼ਾਰਟ ਪੁੱਟ 'ਚ ਬਹੁਤ ਸਾਰਾ ਕੰਪੀਟੀਸ਼ਨ ਹੈ ਕਿਉਂਕਿ ਤੁਹਾਨੂੰ ਵੀ ਮਜ਼ਾ ਆਏਗਾ ਜੇ ਕੋਈ ਨਾਲ 2-3 ਅੱਛੇ ਕੰਪੀਟ ਕਰਨ ਵਾਲੇ ਹੋਣ ਦੇਸ਼ 'ਚ ਉਹਦੇ ਲਈ ਕਿੰਨਾ ਕੁ ਵੇਟ ਕਰਨਾ ਪਏਗਾ ਇੰਡੀਆ ਨੂੰ ਕਦੋਂ ਤੱਕ ਲੱਗਦਾ ਹੈ ਕਿ ਉਹਦੇ ਵਿੱਚ ਵੀ ਅਸੀਂ ਵਰਲਡ ਪਾਵਰ ਬਣ ਸਕਦੇ ਹਾਂ? ਜਿੱਦਾਂ ਦੇਖੋ ਪਹਿਲਾਂ ਨੀਰਜ ਚੋਪੜਾ ਲਾਸਟ ਈਅਰ 올림픽 'ਚ ਮੈਡਲ ਲੈ ਕੇ ਆਏ, ਉਹ ਸਾਡੇ ਵਾਸਤੇ ਸਾਰਿਆਂ ਵਾਸਤੇ ਮਾਣ ਵਾਲੀ ਗੱਲ ਹੈ। ਉਹਨਾਂ ਨੇ 89 ਮੀਟਰ ਦਾ ਬੈਰੀਅਰ ਕ੍ਰੋਸ ਕੀਤਾ ਤਾਂ ਪਿੱਛੇ ਹੁਣ ਤੁਸੀਂ ਦੇਖੋ ਜੋ ਵਰਲਡ ਚੈਂਪੀਅਨਸ਼ਿਪ ਹੋਈ ਆ ਕਿਸ਼ੋਰ ਜੈਨਾ ਮੰਨੂ ਡੀਪੀ 84 ਪਲੱਸ 2 ਬੰਦੇ ਹੋ ਗਏ, ਤੀਸਰਾ ਬੰਦਾ ਇੰਜਰਡ ਹੋ ਗਿਆ। ਹਾਂਜੀ, ਤਾਂ ਮੈਨੂੰ ਲੱਗਦਾ ਪਹਿਲੇ 4 ਬੰਦੇ ਆਪਣੇ ਇੰਡੀਆ ਦੇ ਹੋਣੇ ਸੀ ਤੇ ਇਹੀ ਸੋਚ ਮੇਰੀ ਆ ਵੀ ਮੈਂ 22 ਮੀਟਰ ਕ੍ਰੋਸ ਕਰਾਂ ਤੇ ਜਿਹੜੇ ਮੇਰੇ ਜੂਨੀਅਰ ਆ ਉਹਨਾਂ ਨੂੰ 20 ਮੀਟਰ ਨਾ ਦਿਸੇ, ਸਿੱਧਾ 21-22 ਮੀਟਰ ਹੀ ਆਪਣੇ ਦਿਮਾਗ 'ਚ ਫੋਕਸ ਰੱਖਣ ਤੇ ਆਪਣੇ ਇੰਡੀਆ ਦਾ ਨਾਮ ਪੂਰਾ ਉੱਚਾ ਕਰਨ। ਸਾਡੀਆਂ ਵੀ ਬੈਸਟ ਵਿਸ਼ੇਸ ਨੇ ਕਿਉਂਕਿ 2177 ਦੇ ਵਿੱਚ ਬਹੁਤ ਲਗਭਗ 33 ਸੈਂਟੀਮੀਟਰ ਜਿਹੜੇ ਹੋਰ ਜ਼ੋਰ ਲਾਣਾ ਪਏਗਾ ਔਰ ਉਮੀਦ ਕਰਾਂਗੇ ਕਿ ਏਸ਼ੀਅਨ ਗੇਮ ਵਿੱਚ ਤੁਸੀਂ ਜਿਹੜਾ 22 ਮੀਟਰ ਦਾ ਜਿਹੜਾ ਉਹ ਬੈਰੀਅਰ ਹੈ ਉਹਨੂੰ ਕ੍ਰਾਸ ਕਰੋ। ਬਿਲਕੁਲ ਤੇਜਿੰਦਰ, ਮੈਂ ਇੱਕ ਚੀਜ਼ ਪੁੱਛਣਾ ਚਾਹਣਾ ਕਿ ਜਦੋਂ ਪਿੰਡ ਦੇ ਵਿੱਚ ਕੋਈ ਵੀ ਵਿਅਕਤੀ ਹੁੰਦਾ, ਨੌਜਵਾਨ ਹੁੰਦਾ, ਤਾਂ ਜਿਵੇਂ ਤੁਹਾਡਾ ਜੁੱਸਾ ਆ, ਜਿਵੇਂ ਤੁਹਾਡਾ ਸਰੀਰ ਹੈ, ਤਾਂ ਉੱਥੇ ਬਹੁਤ ਜਿਹਨੇ ਸਲਾਹਾਂ ਦੇਣ ਵਾਲੇ ਹੁੰਦੇ ਆ ਕਿ ਇਸ ਗੇਮ ਦੇ ਵਿੱਚ ਚਲਾ ਜਾ, ਆਹ ਕੰਮ ਕਰ ਲੈ। ਤਾਂ ਮੈਂ ਇਹ ਜਾਣਨਾ ਚਾਹਣਾ ਕਿ ਕਿਸ ਬੰਦੇ ਨੇ ਤੁਹਾਨੂੰ ਇਸ ਗੇਮ ਵੱਲ ਪ੍ਰੇਰਿਤ ਕੀਤਾ, ਔਰ ਦੂਜੀ ਗੱਲ ਇਹ ਕਿ ਇਸ ਤੋਂ ਪਹਿਲਾਂ ਤੁਸੀਂ ਕਿਸੇ ਹੋਰ ਖੇਡ ਦੇ ਵਿੱਚ ਹੈਗੇ ਸੀਗੇ, ਕੋਈ ਹੋਰ ਖੇਡ ਖੇਡਦੇ ਸੀਗੇ, ਤੇ ਜਦੋਂ ਇਹ ਸਭ ਕੁਝ ਚੇਂਜ ਹੋਇਆ ਤਾਂ ਉਹ ਕਿੰਨੇ ਇਸ ਪਾਸੇ ਵੱਲ ਲੈ ਕੇ ਆਂਦਾ ਤੁਹਾਨੂੰ? ਜਿੱਦਾਂ ਆਪਾਂ ਪਿੰਡਾਂ ਦੇ ਵਿੱਚ ਆਪਾਂ ਕ੍ਰਿਕਟ ਖੇਡਦੇ ਆਂ ਜੀ, ਉਹ ਮੇਰੇ ਡੈਡੀ ਨੂੰ ਪਸੰਦ ਨਹੀਂ ਸੀ ਵੀ ਟੀਮ ਗੇਮ ਮੈਂ ਕਰਾਂ, ਤੇ ਉਹਨਾਂ ਨੇ ਕਿਹਾ ਵੀ ਮੇਰੇ ਚਾਚਾ ਜੀ ਸ਼ਾਟ ਪੁੱਟ ਕਰਦੇ ਸੀਗੇ ਪੰਜਾਬ ਪੁਲਿਸ ਵਿੱਚ, ਗੁਰਦੇਵ ਸਿੰਘ ਜੀ, ਮੈਂ ਉਹਨਾਂ ਨੂੰ ਦੇਖ ਕੇ ਫਿਰ ਸ਼ਾਟ ਪੁੱਟ ਕਰਨ ਲੱਗ ਗਿਆ ਜੀ। ਤੇ ਮਤਲਬ ਮੈਂ 2005-6 ਦੇ ਵਿੱਚ ਸ਼ੁਰੂ ਕੀਤੀ ਤੇ 11-12 ਤੱਕ ਵੀ ਮੈਂ ਬਿਲਕੁਲ ਬੱਕਲੀ ਪ੍ਰੈਕਟਿਸ ਕਰਦਾ ਸੀ ਵੀ ਪਰਫਾਰਮੈਂਸ ਨਹੀਂ ਆ ਰਹੀ ਸੀ। ਤੇ ਪਿੰਡਾਂ ਦੇ ਜਿੱਦਾਂ ਹੁੰਦੀਆਂ ਆਪਣੀਆਂ ਗੱਲਾਂ ਕਰਦੇ ਬਈ ਵਿਹਲਾ ਤੁਰਿਆ ਫਿਰਦਾ, ਬਈ ਇਹਨੂੰ ਕੋਈ ਕੰਮ ਨਹੀਂ ਕਾਰ ਨਹੀਂ, ਉਹ ਫਿਰ ਪਿੰਡਾਂ ਜਿੱਦਾਂ ਆਪਣੀਆਂ ਗੱਲਾਂ ਚੱਲਦੀਆਂ। ਤੇ ਫਿਰ ਜਦੋਂ 2018 ਦੇ ਵਿੱਚ ਮੇਰਾ ਮੈਡਲ ਆਇਆ ਤੇ ਉਹੀ ਬੰਦੇ ਫਿਰ ਸਾਰੇ ਫੁੱਲ ਲੈ ਕੇ ਆ ਰਹੇ ਸੀ, ਵਧਾਈ ਦੇ ਰਹੇ ਸੀ, ਕਿਉਂਕਿ ਇਹ ਬੰਦੇ ਨੂੰ ਖੁਦ ਨੂੰ ਪਤਾ ਹੁੰਦਾ ਵੀ ਉਹ ਕਿਹੜੀ ਲਾਈਨ ਦੇ ਵਿੱਚ ਜਾ ਰਿਹਾ, ਇਹਦਾ ਅੱਗੇ ਫਿਊਚਰ ਕੀ ਆ। ਮੈਨੂੰ ਪਤਾ ਮੈਂ ਸਹੀ ਕਰ ਰਿਹਾ ਤੇ ਰਿਜ਼ਲਟ ਹੋਣਾ। ਹੁਣ ਕਈ ਪਿੰਡ ਦੇ ਵਿੱਚ ਗੋਲਾ ਸੁੱਟਣ ਲੱਗ ਗਏ ਬੱਚੇ ਨਵੇਂ, ਮੈਨੂੰ ਖੁਸ਼ੀ ਹੁੰਦੀ ਆ ਜੀ। ਤੁਸੀਂ ਸਿਖਾਉਣੇ ਜਦੋਂ ਪਿੰਡ ਜਾਂਦੇ ਹੋ ਉਹਨਾਂ ਨੂੰ, ਫਿਰ ਤੁਸੀਂ ਵੀ ਦੱਸਦੇ ਹੋ ਕਿ ਕੀ ਫਾਰਮੂਲਾ ਅਪਣਾਓ ਜਾਂ ਕਿਸ ਤਰ੍ਹਾਂ ਤੁਹਾਨੂੰ ਅੱਗੇ ਵਧਣਾ ਚਾਹੀਦਾ, ਕਿਵੇਂ ਆਪਣੇ ਸਰੀਰ ਨੂੰ ਫਿੱਟ ਰੱਖਣਾ, ਸਾਰੀਆਂ ਚੀਜ਼ਾਂ? ਸਾਡੇ ਉੱਥੇ ਨਾ ਬਾਬਾ ਜੀ ਆ ਗੁਰਮੀਤ ਸਿੰਘ ਬਾਬਾ ਜੀ, ਤੇ ਉਹਨਾਂ ਨੇ ਅਕੈਡਮੀ ਸ਼ੁਰੂ ਕੀਤੀ ਹੋਈ ਆ ਜੀ, ਉਹ ਫੁੱਟਬਾਲ ਦੀ ਵੀ, ਐਥਲੈਟਿਕ ਦੀ ਵੀ ਆ, ਤੇ ਉਹਨਾਂ ਦੇ ਨਾਲ ਮਤਲਬ ਵਾਰਤਾਲਾਪ ਹੁੰਦੀ ਰਹਿੰਦੀ ਆ ਬਈ ਉਹ ਬੱਚੇ ਵੀਡੀਓਜ਼ ਮੈਨੂੰ ਭੇਜਦੇ ਰਹਿੰਦੇ ਤੇ ਮੈਂ ਅੱਗੇ ਉਹਨਾਂ ਨੂੰ ਜੋ ਗਲਤ ਹੁੰਦਾ ਮੈਂ ਗਾਈਡ ਕਰਦਾ ਜੀ। ਹਾਂਜੀ, ਇੱਕ ਹੋਰ ਚੀਜ਼ ਆ, ਸਟੀਰੋਇਡਸ ਦਾ ਦੱਸਿਓ। ਸਟੀਰੋਇਡਸ ਨੂੰ ਅਕਸਰ ਕੁਝ ਲੋਕ ਕਹਿੰਦੇ ਕਿ ਚੰਗਾ ਹੁੰਦਾ, ਕੁਝ ਲੋਕ ਕਹਿੰਦੇ ਕਿ ਮਾੜਾ ਹੁੰਦਾ। ਤੁਹਾਡੀ ਖੇਡ ਦੇ ਵਿੱਚ ਵੀ ਇਦਾਂ ਹੋਊਗਾ ਕਿਉਂਕਿ ਜਦੋਂ ਕਿਸੇ ਦੇ ਵਿੱਚ ਜਾਨ ਪਾਉਣੀ ਆ ਉਹ ਕਹਿੰਦੇ ਕਿ ਸਟੀਰੋਇਡਸ ਤੈਨੂੰ ਲੈਣਾ ਹੀ ਪੈਣਾ। ਜਦੋਂ ਤੁਸੀਂ ਖੇਡ ਦੇ ਵਿੱਚ ਗਏ ਇਸ ਚੀਜ਼ ਬਾਰੇ ਪਤਾ ਨਹੀਂ ਹੋਣਾ, ਕਿਸੇ ਨੇ ਕਿਹਾ ਸੀਗਾ ਕਿ ਲੈਣਾ ਹੈ ਜਾਂ ਲੈਂਦੇ ਹੋ, ਕਿੰਨੀ ਮਾਤਰਾ ਦੇ ਵਿੱਚ ਲੈਣਾ ਚਾਹੀਦਾ ਹੈ, ਉਹ ਚੀਜ਼ ਬਾਰੇ ਜ਼ਰੂਰ ਕਲੀਅਰ ਕਰਿਓ ਕਿਉਂਕਿ ਕਈ ਵਾਰ ਜਦੋਂ ਮੌਤਾਂ ਹੁੰਦੀਆਂ ਕਿਸੇ ਬਾਡੀ ਬਿਲਡਰ ਦੀ ਜਾਂ ਕਿਸੇ ਸਪੋਰਟਸਮੈਨ ਦੀ, ਤਾਂ ਇੱਕ ਵੱਡਾ ਕਾਰਨ ਇਹ ਕਹਿ ਦਿੱਤਾ ਜਾਂਦਾ ਕਿ ਸਟੀਰੋਇਡਸ ਇਹਦੀ ਵਜ੍ਹਾ ਬਣਿਆ। ਨਹੀਂ ਦੇਖੋ, ਜਿੱਦਾਂ ਸਟੀਰੋਇਡ, ਹੁਣ ਮੈਂ ਕੋਈ ਇੱਕ ਗੇਮ ਦਾ ਨਾਮ ਨਹੀਂ ਲਊਂਗਾ ਕਿਉਂਕਿ ਉਹਨਾਂ ਦਾ ਡੋਪ ਟੈਸਟ ਜਿਹੜਾ ਇਕੱਲਾ ਨਾਮ ਦੇ ਨਾਲ ਹੁੰਦਾ ਵੀ ਕਿੰਨੇ ਡੋਪ ਟੈਸਟ, ਐਕਚੁਅਲ 'ਚ ਜਿਹੜਾ ਡੋਪ ਟੈਸਟ ਹੁੰਦਾ ਉਹ ਤੇ ਜੇ ਯੂਰਿਨ ਦਾ ਸੈਂਪਲ ਚੈੱਕ ਹੁੰਦਾ ਲੱਖ ਤੋਂ 1.5 ਲੱਖ ਰੁਪਇਆ ਖਰਚਾ ਆਉਂਦਾ, ਜੇ ਤੁਹਾਡਾ ਬਲੱਡ ਹੁੰਦਾ 2 ਤੋਂ 2.5 ਲੱਖ ਰੁਪਇਆ ਖਰਚਾ ਹੁੰਦਾ। ਹੁਣ ਜਿੱਦਾਂ ਅਸੀਂ ਵੇਅਰ ਬਾਊਟ ਦੇ ਵਿੱਚ ਆ, ਵੇਅਰ ਬਾਊਟ ਦਾ ਮਤਲਬ ਹੁੰਦਾ ਵੀ 24 ਘੰਟਿਆਂ ਦੇ ਵਿੱਚ 1 ਘੰਟਾ ਤੁਸੀਂ ਉਹਨਾਂ ਨੂੰ ਦੇਣਾ ਹੁੰਦਾ, ਉਹ ਕਿਸੇ ਟਾਈਮ ਵੀ ਆ ਕੇ ਉਹ ਲੈ ਸਕਦੇ ਆ। ਤੇ ਜਿੱਦਾਂ ਹੁਣ ਕਈ ਬੰਦੇ ਸਾਡੇ ਐਥਲੀਟ ਵੀ ਡੋਪ 'ਚ ਆਉਂਦੇ ਨੇ, ਉਹ ਸਟੀਰੋਇਡ ਲੈ ਕੇ ਨਹੀਂ ਆਉਂਦੇ, ਉਹ ਜਿੱਦਾਂ ਸਪਲੀਮੈਂਟ, ਅਸੀਂ ਤਾਂ ਸਪਲੀਮੈਂਟ ਲੈ ਲਿਆ, ਮਲਟੀ ਵਿਟਾਮਿਨਸ ਨੇ, ਉਹ ਜਿੱਦਾਂ ਫੇਕ ਬਣ ਰਹੇ ਨੇ, ਜੇ ਲੁਧਿਆਣੇ ਬਣੀ ਜਾ ਰਹੇ ਨੇ ਜਾਂ ਗੁੜਗਾਉਂ ਬਣੀ ਜਾ ਰਹੇ ਨੇ, ਉਹ ਸਾਨੂੰ ਲੇਬਲ ਬਾਹਰ ਕੁਝ ਹੋਰ ਲੱਗਾ ਹੋਇਆ ਤੇ ਵਿੱਚ ਉਹਦੇ ਸਟੀਰੋਇਡ ਪਾ ਦਿੰਦੇ। ਤੇ ਉਹ ਐਕਚੁਅਲ ਜੋ ਥੋੜ੍ਹੇ ਪੈਸੇ ਕਮਾਉਣ ਦੀ ਖਾਤਰ ਉਹ ਇਹ ਨਹੀਂ ਦੇਖਦੇ ਵੀ ਇੱਕ ਐਥਲੀਟ ਦੀ ਪਿਛਲੇ 10 ਸਾਲ ਦੀ ਮਿਹਨਤ ਦੇ ਵਿੱਚ ਉਹਨੇ ਕੀ ਕੁਝ ਦੇਖਿਆ, ਤੇ ਇੱਥੇ ਉਹ ਨੁਕਸਾਨ ਹੋ ਜਾਂਦਾ। ਆਪਣੇ ਮੈਂ ਚ ਐਡ ਕਰਨਾ ਚਾਹੂੰਗਾ, ਜਿਹੜਾ ਐਥਲੀਟ ਹੁੰਦਾ ਹੈ ਇਹ ਕਿਤੇ ਟਰੈਵਲ ਨਹੀਂ ਕਰ ਸਕਦੇ ਵਿਦਆਊਟ ਇਨਫੋਰਮਿੰਗ ਨਾਡਾ ਜਿਹੜੀ ਅਥਾਰਟੀ ਹੈ ਉਹਨੂੰ ਪ੍ਰੋਪਰ ਦੱਸਣਾ ਪੈਂਦਾ ਹੈ ਕਿੱਥੇ ਜਾ ਰਹੇ ਹੋ, ਕਿੱਥੇ ਕੀ ਖਾਦਾ ਕੀ ਪੀਤਾ। ਬਹੁਤ ਟਫ ਹੁੰਦਾ ਹੈ ਕਿਉਂਕਿ ਸਟੀਰੋਇਡ ਇੱਕ ਬਹੁਤ ਡਿਫਰੈਂਟ ਚੀਜ਼ ਹੈ, ਇਹ ਮਲਟੀ ਵਿਟਾਮਿਨਸ ਖਾਣੇ ਹੁੰਦੇ ਆ, ਜਿੰਸਿੰਗ ਖਾਣੀ ਹੈ, ਉਹਦੇ ਵਿੱਚ ਫਿਰ
ਮੈਨੂੰ ਯਾਦ ਆ ਕਿ 4x400 ਦੀ ਟੀਮ ਆਪਣੀ ਡਿਸਕੁਆਲੀਫਾਈ ਹੋਈ ਸੀ ਕਿਉਂਕਿ ਉਹਨਾਂ ਨੇ ਜਿਨਸਿੰਗ ਖਾਦੇ ਸੀ ਲੇਕਿਨ ਉਹ ਕੰਟੈਮੀਨੇਟਡ ਸੀ, ਉਹਨੂੰ ਫੰਗਸ ਲੱਗ ਗਈ ਸੀ। ਸੋ ਐਥਲੀਟਸ ਲਈ ਬਹੁਤ ਵੱਡਾ ਚੈਲੰਜ ਹੁੰਦਾ ਹੈ ਆਪਣੇ ਆਪ ਨੂੰ ਕੰਪੀਟ ਵੀ ਕਰਨਾ, ਉਸ ਲੈਵਲ ਤੇ ਆਣਾ, ਪਲੱਸ ਨਾਡਾ ਬਹੁਤ ਵੱਡਾ ਚੈਲੰਜ ਹੁੰਦਾ ਹੈ ਕਿ ਤੁਸੀਂ ਕਿੱਥੇ ਜਾ ਰਹੇ ਹੋ, ਕਿਵੇਂ ਆਪਣੇ ਆਪ ਨੂੰ ਬਚਾਉਣਾ ਹੈ, ਕੀ ਖਾਦਾ ਕੀ ਪੀਤਾ, ਉਹਦਾ ਪੂਰਾ ਹਿਸਾਬ ਦੇਣਾ ਪੈਂਦਾ। ਸੋ ਐਥਲੈਟਿਕਸ ਇਜ਼ ਅ ਵੈਰੀ ਵੈਰੀ ਟਫ ਗੇਮ। ਉਸ ਤੋਂ ਉੱਪਰ ਇੱਕ ਵਾਡਾ ਵੀ ਆ ਜਾਂਦੀ, ਵਰਲਡ ਐਂਟੀ ਵਾਡਾ ਵੀ ਆ ਜਾਂਦੀ ਹੈ। ਉਹ ਮਤਲਬ ਦੋਨੋਂ ਹੀ ਕਿਸੇ ਵੀ ਟਾਈਮ ਤੇ ਆ ਕੇ ਰੈਂਡਮਲੀ ਚੈੱਕਅਪ ਸਾਡਾ ਕਰਦੇ ਆ। ਪਰ ਜਿੰਨਾ ਵੱਡਾ ਚੈਂਪੀਅਨ ਉਹਨਾਂ ਰਿਸਕ ਰਹਿੰਦਾ। ਰਿਸਕ ਹੁਣ ਜਿੱਦਾਂ ਮੈਂ ਕੱਲ ਐਕਸਰਸਾਈਜ਼ ਕਰ ਰਿਹਾ ਜਿਮ ਦੇ ਵਿੱਚ ਆ ਕੇ ਮੈਨੂੰ ਕੁਝ ਨਹੀਂ ਪੁੱਛਿਆ, ਕਹਿੰਦੇ ਤੁਹਾਡਾ ਡੋਪ ਟੈਸਟ ਆਈ ਤੋਂ ਹਾਂ। ਉਹ ਮਤਲਬ ਕਿਸੇ ਟਾਈਮ ਹੁਣ ਸਵੇਰੇ ਜਿੱਦਾਂ ਮੇਰੀ ਟਾਈਮਿੰਗ ਸਵੇਰ 5 ਤੋਂ ਲੈ ਕੇ 6 ਵਜੇ ਦੀ ਦਿੱਤੀ ਹੋਈ ਆ, ਕਿਉਂਕਿ ਮੋਸਟਲੀ ਆਪਾਂ ਸਵੇਰੇ 5 ਤੋਂ 6 ਵਜੇ ਘਰੇ ਹੀ ਹੁੰਨੇ ਆ, ਤੇ ਉਹ ਆ ਕੇ ਉਸ ਟਾਈਮ ਘਰੇ ਆ ਕੇ ਸੈਂਪਲ ਕਲੈਕਟ ਕਰ ਲੈਂਦੇ ਆ। ਅੱਛਾ, ਪਰ ਮੈਂ ਇਸ ਦੇ ਨਾਲ ਇਹ ਵੀ ਜਾਣਨਾ ਚਾਹੂੰਗੀ ਕਿ ਤੁਹਾਡੀ ਡਾਈਟ ਕੀ ਹੈ ਫਿਰ, ਔਰ ਤੁਹਾਡਾ ਰੂਟੀਨ ਕੀ ਰਹਿੰਦਾ ਹੈ? ਨਹੀਂ, ਡਾਈਟ ਮੇਰੀ ਨਾਰਮਲੀ ਆ, ਮੈਂ ਨੌਨ ਵੈਜ ਬਹੁਤ ਘੱਟ ਖਾਂਦਾ ਜੀ, ਤੇ ਜਿੱਦਾਂ ਜੋ ਘਰੇ ਸਬਜ਼ੀ ਬਣਦੀ ਮੈਂ ਜ਼ਿਆਦਾਤਰ ਉਹੀ ਕਰਨਾ ਜੀ। ਉੱਥੇ ਮੈਂ ਹਾਲਾਂਕਿ ਮੈਂ ਕੈਂਪ ਦੇ ਵਿੱਚ ਵੀ ਨਹੀਂ ਖਾਂਦਾ ਜੀ, ਜੋ ਸਾਡਾ ਨੈਸ਼ਨਲ ਇੰਡੀਆ ਕੈਂਪ ਲੱਗਦਾ ਨਾ ਜੀ, ਉੱਥੇ ਹੀ ਬਹੁਤ ਘੱਟ ਖਾਂਦਾ ਜੀ। ਹਾਂਜੀ, ਕਾਰਨ ਪਤਾ ਨਹੀਂ ਸਵਾਦ ਹੀ ਨਹੀਂ ਲੱਗਦਾ, ਮੈਂ ਜ਼ਿਆਦਾ ਗੋਲ ਗੱਪੇ ਟਿੱਕੀਆਂ ਨੂੰ ਜ਼ਿਆਦਾ ਖਾਂਦਾ। ਬਚਪਨ ਤੋਂ ਹੀ ਆ ਹੁਣ ਤੋਂ? ਕਿਉਂਕਿ ਮੈਂ ਕਿਤੇ ਪੜ੍ਹ ਰਹੀ ਸੀ ਬਚਪਨ ਤੁਸੀਂ ਅੰਡੇ ਬਹੁਤ ਖਾਂਦੇ ਸੀ। ਹਾਂਜੀ, ਉਹ ਜਿਵੇਂ ਆਮਲੇਟ ਹੋ ਗਿਆ, ਬੋਇਲ ਐਗ ਹੋ ਗਏ, ਉਹ ਵਾਲੀਆਂ ਉਹਨਾਂ ਵਿੱਚ ਪ੍ਰੋਟੀਨ ਜ਼ਿਆਦਾ ਹੁੰਦੀ ਨਾ, ਇਸ ਲਈ। ਹਾਂਜੀ, ਗੋਲ ਗੱਪਿਆਂ 'ਚ ਵੀ ਪ੍ਰੋਟੀਨ ਹੁੰਦਾ ਹੈ? ਨਹੀਂ, ਉਹ ਜਿੱਦਾਂ ਚੀਟ ਡੇ ਹੁੰਦਾ ਨਾ, ਜਿੱਦਾਂ ਵੈਡਨਸਡੇ ਸਾਡੀ ਜਿਵੇਂ ਸੈਚਰਡੇ ਰੈਸਟ ਆਈ, ਹੁਣ ਜਾਣ ਤੋਂ ਬਾਅਦ ਅੰਬਾਲਾ ਚਾਟ ਤੇ ਸਿੱਧੀ ਬ੍ਰੇਕ ਲੱਗਣੇ। ਅੱਛਾ, ਹੋਰ ਕੀ ਕੁਝ ਖਾਣ 'ਚ ਪਸੰਦ ਹੈ ਤੁਹਾਨੂੰ? ਹੋਰ ਮਤਲਬ ਇਹੀ ਜਿੱਦਾਂ ਡੋਸਾ ਹੋ ਗਿਆ ਜੀ, ਪੀਜ਼ਾ ਵਗੈਰਾ ਸਾਰਾ ਜੀ, ਇਹ ਸਾਡੇ ਜਿਵੇਂ ਸ਼ਾਰਟ ਪੁੱਟ ਦੇ ਵਿੱਚ ਨਾ ਬੋਡੀ weight ਚੱਲ ਜਾਂਦਾ ਜੀ। ਜੇ ਇਹੀ ਜੈਵਲਨ ਥਰੋਅਰ ਖਾਣ ਜਾਂ ਆਪਣਾ ਰੇਸਰ ਜੰਪਰ ਖਾਣ, ਉਹਨਾਂ ਨੂੰ ਇਹ ਚੀਜ਼ਾਂ ਨੁਕਸਾਨ ਕਰਦੀਆਂ ਜੀ। ਹਾਂਜੀ ਹਾਂਜੀ, ਠੀਕ ਹੈ ਜੀ। ਸਾਡੇ ਨਾਲ ਹੋਰ ਵੀ ਟੀਮ ਮੈਂਬਰਸ ਨੇ, ਬਲਦੀਪ ਜੀ ਨੇ, ਪ੍ਰਮੋਦ ਜੀ ਨੇ, ਸਵਾਲ ਲੈ ਲੈਣੇ ਉਹਨਾਂ ਤੋਂ। ਜੀ ਤਜਿੰਦਰ ਜੀ, ਮੇਰਾ ਸਵਾਲ ਇਹ ਹੈ ਕਿ ਕੋਈ ਵੀ ਸ਼ਖਸ ਜਿਹੜਾ ਕਿਸੇ ਫੀਲਡ 'ਚ ਕਾਮਯਾਬ ਹੋਵੇ ਤਾਂ ਲੋਕ ਦੋ ਤਰੀਕੇ ਨਾਲ ਸੋਚਦੇ ਨੇ। ਇੱਕ ਤਾਂ ਇਹ ਸੋਚਦੇ ਨੇ ਕਿ ਬੜੀ ਮਿਹਨਤ ਕੀਤੀ ਹੋਏਗੀ ਸ਼ਖਸ ਨੇ, ਇਸ ਕਰਕੇ ਕਾਮਯਾਬ ਹੋਇਆ। ਕੁਝ ਲੋਕ ਸੋਚਦੇ ਨੇ ਕਿ ਕਿਸਮਤ ਬੜੀ ਮੈਟਰ ਕਰਦੀ ਹੈ, ਕਿ ਸਾਰੀਆਂ ਚੀਜ਼ਾਂ ਇੱਕ ਆਰਡਰ ਦੇ ਵਿੱਚ ਪਲੇਸ ਹੋਈਆਂ ਨੇ, ਫਿਰ ਉਹ ਬੰਦਾ ਕਾਮਯਾਬ ਹੋਇਆ। ਤੁਸੀਂ ਜੋ ਗੇਮ ਖੇਲਦੇ ਹੋ ਉਸ ਦੇ ਵਿੱਚ ਜਦੋਂ ਕਿਸੇ ਵੱਡੇ ਮੁਕਾਬਲੇ ਦੇ ਵਿੱਚ ਜਾਂਦੇ ਹੋ, ਤੁਹਾਡੀ ਜਿੱਤ ਹੁੰਦੀ ਹੈ, ਤਾਂ ਉੱਥੇ ਤੁਹਾਨੂੰ ਕੀ ਲੱਗਦਾ ਹੈ ਕਿ ਮਿਹਨਤ ਬਹੁਤ ਜ਼ਿਆਦਾ ਕੰਮ ਆਉਂਦੀ ਹੈ, ਜਾਂ ਫਿਰ ਕੁਝ ਹੱਦ ਤੱਕ ਤੁਹਾਡੀ ਕਿਸਮਤ ਵੀ ਤੁਹਾਡੇ ਸਾਥ ਦਿੰਦੀ ਹੈ ਔਰ ਚੀਜ਼ਾਂ ਸਾਰੀਆਂ ਪਲੇਸ ਦੇ ਵਿੱਚ ਬੈਠਦੀਆਂ ਨੇ? ਇਹ ਦੋਨੋਂ ਚੀਜ਼ਾਂ ਕੰਮ ਕਰਦੀਆਂ ਜੀ, ਕਿਉਂਕਿ ਜਿਵੇਂ ਮੰਨ ਲਓ ਆਪਾਂ 올림픽 ਜਾਂਦੇ ਆ, ਉਹ ਸਾਰੇ ਇੱਕੋ ਜਿਹੀ ਮਿਹਨਤ ਕਰਕੇ ਆਉਂਦੇ ਆ ਜੀ, ਕਿਉਂਕਿ ਇੱਕ ਕੁਆਲੀਫਾਈ ਉਹ ਹੁੰਦਾ, ਆਪਾਂ ਕੁਆਲੀਫਾਈ ਕਰਕੇ ਜਾਂਦੇ ਆ। ਹੁਣ ਨੀਰਜ ਚੋਪੜਾ ਦਾ 골ਡ ਮੈਡਲ ਆਇਆ, ਹੁਣ 88 ਮੀਟਰ ਤੇ ਸੀ ਮੈਨੂੰ ਲੱਗਦਾ ਜੀ। ਹੁਣ ਇੱਕ ਮੁੰਡਾ ਸੀਗਾ ਵੈਟਰ ਜਰਮਨੀ ਦਾ, ਉਹਨੇ 97 ਮੀਟਰ ਲਾਈ ਆ ਜੀ, ਤੇ ਉਹ ਬੈਸਟ 8 ਚ ਵੀ ਹੈ ਨਹੀਂ ਸੀਗਾ ਜੀ। ਇਹ ਕਿਤੇ ਨਾ ਕਿਤੇ ਲੱਕ ਵੀ ਉਹਦਾ ਹੀ ਕੰਮ ਕਰਦਾ, ਜਿਹੜਾ ਹਾਰਡ ਵਰਕ ਕਰਦਾ ਜੀ। ਹੁਣ ਨੀਰਜ ਕਿੰਨੇ ਸਾਲਾਂ ਤੋਂ 올림픽 ਦੀ ਪ੍ਰੈਪਰੇਸ਼ਨ ਕਰ ਰਿਹਾ ਸੀਗਾ ਜੀ, ਤੇ ਉਹਦਾ 88 ਮੀਟਰ ਲਾ ਕੇ 골ਡ ਆਇਆ, 올림픽 ਚੈਂਪੀਅਨ ਬਣਿਆ। ਤੇ ਹੁਣ ਇੱਕ ਜਿਹੜਾ ਬੰਦਾ 95 ਤੋਂ ਥੱਲੇ ਥਰੋ ਹੀ ਨਹੀਂ ਮਾਰ ਰਿਹਾ, 94, ਉਸ ਦਿਨ ਉਹਦਾ ਲੱਕ ਨਹੀਂ ਚੱਲਿਆ, ਕੋਈ ਮੈਨੂੰ ਲੱਗਦਾ ਐਂਕਲ ਦੇ ਵਿੱਚ ਪ੍ਰੋਬਲਮ ਆ ਗਈ। ਨਾਡਾ ਦਾ ਐਂਡਰਿਓ ਜਿਹੜਾ ਸੀ, ਨਹੀਂ ਨਹੀਂ ਨਹੀਂ, ਉਹ ਵੀ ਵਰਲਡ ਚੈਂਪੀਅਨ ਰਹਿ ਚੁੱਕਿਆ ਉਹ। ਕਿਉਂਕਿ 5 ਐਥਲੀਟ ਇਹੋ ਜਿਹੇ ਸੀ ਜਿਹੜੇ 90 ਰੈਗੂਲਰ ਮਾਰ ਰਹੇ ਆ। ਹਾਲਾਂਕਿ ਨੀਰਜ ਜਿਹੜੇ ਆ ਉਹ ਅਜੇ ਤੱਕ ਕਰ ਨਹੀਂ ਪਾਏ, ਲੇਕਿਨ ਬਹੁਤ ਸਾਰੇ ਐਥਲੀਟ, ਕਿਉਂਕਿ ਜਿਹੜਾ ਬੈਸਟ ਡੇ ਔਰ ਬੈਸਟ ਥਰੋ ਜਿਹੜਾ ਉਹ ਮੈਟਰ ਕਰਦਾ, ਜਿਹੜਾ ਦਿਨ ਹੁੰਦਾ ਉਹ ਹੀ ਚੱਲਦਾ। ਕਿਉਂਕਿ ਉੱਥੇ ਸਾਰੇ ਇੱਕੋ ਜਿਹੇ ਬੰਦੇ ਪਹੁੰਚੇ ਹੁੰਦੇ ਆ ਜੀ। ਅੱਛਾ, ਇੱਕ ਮੇਰਾ ਸਵਾਲ ਇਹ ਸੀ ਕਿ ਤੁਸੀਂ ਜਿਹੜਾ ਜਿਵੇਂ ਜ਼ਿਕਰ ਕੀਤਾ, ਜਤਿੰਦਰ ਨੇ ਪਹਿਲਾਂ ਸਵਾਲ ਕੀਤਾ ਸੀ ਕਿ ਸ਼ਾਰਟ ਪੁੱਟ ਹੀ ਆਖਰ ਕਿਉਂ? ਚਲੋ, ਤੁਸੀਂ ਜ਼ਿਕਰ ਕੀਤਾ ਕਿ ਤੁਹਾਡੇ ਚਾਚਾ ਜੀ ਇਸ ਉਹਦੇ ਵਿੱਚ ਖੇਡਦੇ ਸੀਗੇ। ਰਹੇ ਬਚਪਨ 'ਚ। ਜੀ ਜੀ, ਤੇ ਕੋਈ ਹੋਰ ਗੇਮ ਤੁਹਾਡੇ ਮਨ ਦੇ ਵਿੱਚ ਉਸ ਵੇਲੇ ਸੀ ਕਿ ਸ਼ਾਰਟ ਪੁੱਟ ਤਾਂ ਕਿਉਂਕਿ ਤੁਹਾਡੇ ਚਾਚਾ ਜੀ ਖੇਡਦੇ ਰਹੇ ਆ, ਸ਼ਾਇਦ ਇਸ ਕਰਕੇ ਇਨਸਪਾਇਰ ਹੋਏ ਉੱਧਰ, ਪਰ ਕੋਈ ਹੋਰ ਗੇਮ ਜਿਸ 'ਚ ਬਹੁਤ ਜ਼ਿਆਦਾ ਦਿਲਚਸਪੀ ਰਹੀ ਹੋਵੇ? ਨਹੀਂ, ਜੇ ਮੈਂ ਜਿਹੜੇ ਮੇਰੇ ਕੋਚ ਸੀ ਮਹਿੰਦਰ ਸਿੰਘ ਢਿੱਲੋਂ, ਜੇ ਮੇਰੇ ਬੇਸਿਕ 'ਚ ਉਹ ਕੋਚ ਹੁੰਦੇ ਤਾਂ ਮੈਂ ਹੋ ਸਕਦਾ ਜੈਵਲਨ ਥਰੋ ਕਰਦਾ ਜੀ, ਕਿਉਂਕਿ ਮੇਰੀ ਲੈਫਟੀ 'ਚ ਮੇਰੀ ਜਰਕ ਬਹੁਤ ਅੱਛੀ ਸੀਗੀ। ਮੈਂ 50 ਮੀਟਰ ਮਤਲਬ ਬਿਨਾਂ ਪ੍ਰੈਕਟਿਸ ਤੋਂ ਲਾਈ ਹੋਈ ਹੈ ਜੈਵਲਨ ਹੀ। ਹਾਂਜੀ ਹਾਂਜੀ, ਤੇ ਬਾਕੀ ਜੋ ਰਸਤੇ ਬਣਦੇ ਨੇ ਬੰਦਾ ਆਪਣੇ ਆਪ ਹੀ ਤੁਰ ਜਾਂਦਾ ਜੀ। ਮੈਂ ਜਿੱਦਾਂ ਹੁਣ ਗਰਾਊਂਡ ਗਿਆ, ਪਹਿਲੇ ਦਿਨ ਮੈਂ ਸ਼ਾਰਟ ਪੁੱਟ ਲਾਇਆ ਤੇ ਮੇਰਾ ਪਹਿਲੇ ਦਿਨ ਹੀ ਅੱਛਾ ਗਿਆ ਜੀ। ਮੈਨੂੰ ਲੱਗਦਾ ਸ਼ਾਇਦ ਇੱਕ ਐਡਵਾਂਟੇਜ ਆ ਲੈਫਟੀ ਹੋਣ ਦਾ, ਆਮ ਬੰਦੇ ਨਾਲੋਂ ਵੀ ਥੋੜਾ ਝਟਕਾ ਲੈਫਟੀ 'ਚ ਜ਼ਿਆਦਾ ਹੁੰਦਾ ਜੀ। ਹਾਂਜੀ, ਅੱਛਾ, ਤੁਸੀਂ ਜ਼ਿਕਰ ਕੀਤਾ ਵੀ ਪੀਜ਼ਾ ਜਿਹੜਾ ਜਾਂ ਖਾਣੇ ਇਹੋ ਜਿਹੇ ਚੱਲ ਜਾਂਦੇ ਆ ਸਾਡੇ, ਤਾਂ ਫਿਰ ਕਦੇ ਇਹ ਵੀ ਹੁੰਦਾ ਕਿ ਵਜਨ ਵਧਾਉਣ ਦੇ ਲਈ ਚਲੋ ਫਿਰ ਆਪਾਂ ਇੱਕ ਦੋ ਪੀਜ਼ੇ ਖਾ ਹੀ ਲਈਏ? ਨਹੀਂ, ਮਤਲਬ ਇੰਨਾ ਵੀ ਵਜਨ ਨਹੀਂ, ਮਤਲਬ ਹੁਣ ਮੇਰਾ 150 ਕਿਲੋ ਭਾਰ ਹੈ ਜੀ, ਤੇ ਮੈਂ ਮਤਲਬ ਹੁਣ ਜੰਪ ਜਿਹੜਾ ਮਰਜ਼ੀ ਲਵਾ ਲਓ, ਹਡਲ ਜੰਪ ਕਰਾ ਲਓ, ਸਪ੍ਰਿੰਟਿੰਗ ਕਰਾ ਲਓ, ਮਤਲਬ ਆਏ ਨਹੀਂ, ਮਤਲਬ ਸੋਲਿਡ ਵਜਨ ਆ, ਵੀ ਫਿਟਨੈਸ ਵਾਲਾ ਵਜਨ ਆਏ। ਹਾਂਜੀ ਹਾਂਜੀ।
मौजूद ने। तेजन जी, मेरा सवाल थोड़ा हटके है कि जब भारत में या पंजाब में खेलों की बात आती है तो सबसे पहले क्रिकेट, हॉकी, पहलवानी, अब एक नया नाम आया नीरज चोपड़ा की वजह से जेवलिन थ्रो का। हालांकि बहुत भाला फेंक तो पहले से ही बहुत प्राचीन गेम है, और अब शॉर्ट पुट में जिसमें आप भारत और पंजाब का नाम रोशन कर रहे हैं। लेकिन जहाँ तक सरकारों का सवाल है, वो भी क्रिकेट और हॉकी और बाकी गेम्स को बहुत प्रमोट करती है। तो शॉर्ट पुट के लिए आपको क्या लगता है, जो पंजाब सरकार है और जो भारत सरकार है हमारी, तो वो कितना सपोर्ट कर रहे हैं, और अभी क्या उम्मीद आप रखते हैं कि करना चाहिए? ਇੱਕ ਵਾਰ ਕੁਐਸਚਨ ਰਿਪੀਟ ਕਰੋ ਪਲੀਜ਼। ਇਹ ਕਹਿਣਾ ਚਾਹ ਰਿਹਾ ਹੈ ਕਿ ਸਰਕਾਰ ਦਾ ਕਿੰਨਾ ਕੁ ਸਹਿਯੋਗ ਰਹਿੰਦਾ, ਕਿਉਂਕਿ ਜਿਹੜੀਆਂ ਗੇਮਸ ਨੇ ਜਿਹਨਾਂ 'ਚ ਪੈਸਾ ਬਹੁਤ ਹੈ, ਯੰਗਸਟਰਸ ਵੀ ਕ੍ਰਿਕਟ ਪ੍ਰੈਫਰ ਕਰਦੇ ਜਾਂ ਹਾਕੀ ਨੂੰ ਕਰ ਰਹੇ ਹੈ, ਕਿੰਨਾ ਕੁ ਸਰਕਾਰ ਦਾ ਇਹ ਆਪਣੀ ਮਿਹਨਤ ਜ਼ਿਆਦਾ ਰਹਿੰਦੀ ਹੈ ਜਾਂ ਗਵਰਨਮੈਂਟ ਦੀ ਵੀ ਸਪੋਰਟ ਰਹਿੰਦੀ ਹੈ? ਇਹਦੇ ਵਿੱਚ ਇਦਾਂ ਜੀ, ਜਿੱਦਾਂ ਮਤਲਬ ਆਪਾਂ ਮੈਡਲ ਲੈ ਕੇ ਆਉਣੇ ਆ, ਸਾਨੂੰ ਜੇ ਹੁਣ ਨਾਲ ਦੀ ਨਾਲ ਜੋਬ ਮਿਲ ਜਾਏ ਤਾਂ ਜਿਹੜੇ ਪਿੱਛੇ ਬੱਚੇ ਗੇਮ ਕਰ ਰਹੇ ਆ ਉਹ ਮੋਟੀਵੇਟ ਹੁੰਦੇ ਆ ਜੀ। ਹੁਣ ਮੈਂ 2018 ਦੇ ਵਿੱਚ ਏਸ਼ੀਅਨ ਗੇਮ 'ਚ ਮੈਡਲ ਲਿਆ ਸੀ, ਤੇ ਮੈਨੂੰ ਡੀਐਸਪੀ ਅਨਾਉਂਸ ਕੀਤਾ ਸੀਗਾ ਜੀ। ਹਾਲੇ ਤੱਕ ਮੈਂ ਜੁਆਇਨ ਨਹੀਂ ਕਰਾਇਆ ਇਹਨਾਂ ਨੇ। ਤੇ ਹੁਣ ਜਿਹੜੇ ਪਿਛਲੇ ਬੱਚੇ ਆ ਉਹਨਾਂ ਤੇ ਤਾਂ ਜੂਨੀਅਰ ਬੱਚਿਆਂ ਤੇ ਤਾਂ ਇਫੈਕਟ ਜਾਂਦਾ ਹੀ ਆ ਨਾ, ਵੀ ਜਿਹੜੇ ਮੈਡਲ ਲੈ ਕੇ ਆਏ ਉਹਨਾਂ ਨੂੰ ਕੁਝ ਨਹੀਂ ਮਿਲ ਰਿਹਾ ਤੇ ਸਾਨੂੰ ਕੀ ਮਿਲੂਗਾ। ਪਰ ਵੈਸੇ ਸਰਕਾਰ ਦਾਅਵਾ ਕਰਦੀ ਹੈ ਕਿ ਅਸੀਂ ਸਪੋਰਟਸਮੈਨ ਦਾ ਬਹੁਤ ਖਿਆਲ ਰੱਖ ਰਹੇ ਹਾਂ, ਜੋ ਪੁਰਾਣੀਆਂ ਸਰਕਾਰਾਂ ਨੇ ਗਲਤੀਆਂ ਕੀਤੀਆਂ ਉਹਨਾਂ ਨੂੰ ਅਸੀਂ ਠੀਕ ਕਰ ਦਾਂਗੇ। ਤਾਂ ਕਦੀ ਕੋਈ ਗੱਲਬਾਤ ਹੋਈ ਹੈ ਕਿ ਜੋ, ਕਿਉਂਕਿ 5 ਸਾਲ ਹੋ ਗਏ ਤੁਹਾਨੂੰ ਏਸ਼ੀਅਨ ਚੈਂਪੀਅਨਸ਼ਿਪ 'ਚ ਏਸ਼ੀਅਨ ਗੇਮਸ 골ਡ ਆਇਆ ਸੀ, ਸੀਨੀਅਰਟੀ ਦਾ ਵੀ ਬੜਾ ਫਰਕ ਪੈਂਦਾ ਹੈ, ਕਿਉਂਕਿ 4-5 ਸਾਲ ਪਹਿਲਾਂ ਤੁਸੀਂ ਡੀਐਸਪੀ ਲੱਗੇ ਹੁੰਦੇ, ਅੱਜ ਸ਼ਾਇਦ ਐਸਪੀ ਲੱਗੇ ਹੁੰਦੇ। ਕੋਈ ਸਰਕਾਰ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ, ਕਦੀ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕੀਤੀ? ਜੀ ਹੁਣ ਜਿੱਦਾਂ ਖੇਡਾਂ ਵਤਨ ਪੰਜਾਬ ਦੀਆਂ ਤੇ ਓਪਨਿੰਗ ਤੇ ਭਗਵੰਤ ਮਾਨ ਸਰ ਆਏ ਸੀਗੇ, ਉਦੋਂ ਉਹ ਕਹਿ ਕੇ ਗਏ ਸੀ ਵੀ 2-3 ਦਿਨ ਦੇ ਵਿੱਚ ਅਸੀਂ ਹਾਕੀ ਵਾਲਿਆਂ ਨੂੰ ਵੀ ਦੇ ਦਿਆਂਗੇ ਜੋਬ, ਤੇ ਪਰ ਹਾਲੇ ਤੱਕ ਕੋਈ ਗੱਲਬਾਤ ਹੋ ਹੀ ਨਹੀਂ ਰਹੀ ਜੀ। ਇਕੱਲਾ ਮਤਲਬ ਸਾਰਾ ਕੁਝ ਸਾਡਾ ਡਨ ਹੋ ਰੱਖਿਆ, ਮੈਡੀਕਲ ਸਭ ਕੁਝ ਡਨ ਆ, ਬਸ ਇਕੱਲਾ ਜੁਆਇਨਿੰਗ ਲੈਟਰ ਤੇ ਕੰਮ ਫਸਿਆ ਹੋਇਆ ਹੈ। ਅਕਸਰ ਦੇਖਿਆ ਜਾਂਦਾ ਕਿ ਜਦੋਂ ਮੈਡਲ ਆ ਜਾਂਦਾ ਨਾ, ਉਦੋਂ ਕਰੋੜਾਂ ਰੁਪਏ ਕਮਿਟ ਕੀਤੇ ਜਾਂਦੇ ਆ, 5 ਕਰੋੜ ਦੇ ਦਿਓ, 10 ਕਰੋੜ ਦੇ ਦਿਓ। ਮੈਂ ਹਮੇਸ਼ਾ ਮੇਰੀ ਸੋਚ ਇਹ ਹੈ ਕਿ ਜਿਹੜਾ ਪੈਸਾ ਹੈ, ਸ਼ਾਇਦ ਉਹ ਪੈਸਾ ਜਿਹੜਾ ਹੈ ਉਹ ਐਥਲੀਟ ਬਣਨ 'ਚ ਦਿਓ ਤੁਸੀਂ। ਜੇ ਤੁਸੀਂ ਸ਼ਾਰਟ ਪੁਟ ਰਿਪਰੈਜ਼ੈਂਟ ਕਰ ਰਹੇ ਹੋ, ਸ਼ਾਰਟ ਪੁਟਰਸ ਨੂੰ 10 ਕਰੋੜ ਦੇ ਦਿਓ ਤਾਂ ਕਿ 10 ਹੋਰ ਪਲੇਅਰ ਆਉਣ। ਅਕਸਰ ਮਿਹਨਤ ਤੁਹਾਡੀ ਹੁੰਦੀ ਹੈ, ਉਹਦੇ ਬਾਅਦ ਸਰਕਾਰ ਜਿਹੜੀ ਹੈ ਪੈਸੇ ਦੇ ਕੇ ਉਹ ਸ਼ੋਅ ਕਰਦੀ ਵੀ ਅਸੀਂ ਬੜਾ ਸਪੋਰਟ ਕਰ ਰਹੇ ਹਾਂ। ਹੁਣ ਜਿਹੜੀ ਤੁਹਾਡੀ ਜਿਹੜੀ ਡੀਐਸਪੀਸ਼ਿਪ ਜਿਹੜੀ ਡਿਊ ਹੈ, ਕੋਈ ਸਰਕਾਰ ਤੋਂ ਕੋਈ ਮੈਸੇਜ ਮਿਲਿਆ ਕਿ ਜਾਂ ਏਸ਼ੀਅਨ ਗੇਮ ਅਗਲੀ ਦਾ 골ਡ ਦੀ ਵੇਟ ਕੀਤੀ ਜਾ ਰਹੀ? ਨਹੀਂ, ਹਲੇ ਕੋਈ ਮੈਸੇਜ ਨਹੀਂ ਮਿਲਿਆ ਜੀ, ਹਲੇ ਬਸ ਕਾਗਜ਼ਾਂ 'ਚ ਹੀ ਕੰਮ ਆ ਜੀ। ਤੇ ਬਾਕੀ ਦੇਖੋ ਜੀ, 5 ਸਾਲ ਤੋਂ ਵੇਟ ਕਰ ਹੀ ਰਹੇ ਆ ਜੀ, ਹੁਣ ਦੇਖੋ ਕਿੰਨਾ ਟਾਈਮ ਹੋਰ ਲਾਉਂਦੇ ਨੇ ਇਹ। ਹਾਂਜੀ, ਉਮੀਦ ਕਰਦੇ ਹਾਂ ਸ਼ਾਇਦ ਸਰਕਾਰ ਦੇਖੇ ਕੁਝ ਕਰੇ, ਕਿਉਂਕਿ 20 ਦਿਨ ਬਾਅਦ ਸਾਨੂੰ ਵੀ ਲੱਗਦਾ ਕਿ ਦੁਬਾਰਾ ਚੈਂਪੀਅਨ ਬਣੋਗੇ, ਫਿਰ ਇੱਕ ਹੋਰ ਸੋਲਿਡ ਕੇਸ ਹੋ ਜਾਏਗਾ ਤੁਹਾਡਾ। तेजिंदर जी, सबसे पहले तो कॉन्ग्रेचुलेशंस, क्योंकि आपने पूरे भारत को जब आपने रिकॉर्ड ब्रेक किया तो हर कोई गौरवान्वित था, प्राउड महसूस कर रहा था। सो जैसा कि अभी बताया कि घर में ट्रेजेडी हुई आपके, तो एक शब्द होता है जिसे हम कहते हैं निरंतरता, जो एक लगन के साथ हम आगे बढ़ते रहते हैं और चीज़ों को करते रहते हैं। अभी के यंगस्टर्स क्या करते हैं कि चाहे घर में प्रॉब्लम हो या कुछ भी हो, हम सोचते हैं यार मेरे घर में प्रॉब्लम है सो मुझे वहाँ फोकस करना, मैं इस चीज़ को छोड़ देता हूँ। लेकिन आपकी ज़िंदगी में वो क्या चीज़ थी जिसने आपको हमेशा आगे बढ़ने के लिए प्रेरित किया, आगे बढ़ने के लिए मोटिवेट किया? चाहे घर में ट्रेजेडीज़ थी, आपको वो चीज़ों भी ध्यान में रखनी है, घर की प्रॉब्लम्स भी सॉर्ट करनी है, अपने खेल पर भी ध्यान देना है और रिकॉर्ड ब्रेक करना है। सो क्या चीज़ थी जिसने आपको आगे बढ़ने के लिए प्रेरित किया? जी मैंने जैसे स्टार्टिंग में भी बताया था भी आपकी फैमिली पंजाबी बोल सकते हो, I can understand. नहीं, हिंदी वैसे ही मेरी बहुत खराब है ਉਹ ਹਿੰਦੀ ਪੰਜਾਬੀ ਮਿਕਸ ਹੋ ਜਾਂਦੀ ਹੈ। ਤੇ ਉਹ ਮੈਂ ਜਿੱਦਾਂ ਪਹਿਲਾਂ ਵੀ ਦੱਸਿਆ ਸੀਗਾ ਵੀ ਮੇਰੀ ਮਦਰ, ਜਿਹੜਾ ਮੇਰਾ ਫਰੈਂਡ ਸਰਕਲ ਆ, ਉਹਨਾਂ ਨੇ ਬੜਾ ਸਪੋਰਟ ਕੀਤਾ ਜੀ। ਜਦੋਂ ਤੁਹਾਨੂੰ ਪਤਾ ਵੀ ਤੁਹਾਡੇ ਪਿੱਛੇ ਬੈਕਅਪ ਹੈਗਾ ਵਾ ਦੇਖਣ ਵਾਲੇ, ਉਹ ਚੀਜ਼ ਤੁਹਾਨੂੰ ਹਰ ਰੋਜ਼ ਇੱਕੋ ਹੀ ਗੱਲ ਕਰਦੇ ਨੇ ਵੀ ਆਪਾਂ ਮੈਡਲ ਜਿੱਤਣਾ ਵੀ ਜਿੱਡੀ ਮਰਜ਼ੀ ਵੀ ਪ੍ਰੋਬਲਮ ਆ ਜੇ, ਉਹ ਚੀਜ਼ ਦਾ ਬਹੁਤ ਫਰਕ ਪੈਂਦਾ ਜੀ। ਹਾਂਜੀ, ਮੈਂ ਵਿਊਵਰਸ ਨੂੰ ਇੱਕ ਹੋਰ ਗੱਲ ਦੱਸਦਾ ਕਿ ਆਮ ਤੌਰ ਤੇ ਜੋ ਕੋਈ ਸਟਾਰ ਬਣਦਾ ਨਾ, ਉਹ ਵੱਡੇ ਸ਼ਹਿਰਾਂ 'ਚ ਰਹਿਣ ਨੂੰ ਪ੍ਰੈਫਰ ਕਰਦਾ ਜਾਂ ਅਬਰੋਡ ਜਾਣ ਦੀ ਗੱਲ ਕਰਦਾ ਹੈ। ਸਿੱਧੂ ਮੂਸੇਵਾਲੇ ਦੀ ਖਾਸੀਅਤ ਸੀ ਕਿ ਉਹ ਕਹਿੰਦਾ ਸੀ ਜ਼ਮੀਨ 'ਚ ਜੁੜੇ ਰਹਿਣਾ, ਔਰ ਮੈਂ ਜਿੰਨਾ ਵੱਡਾ ਸਟਾਰ ਸੀ ਉਹ ਪਿੰਡ ਰਹਿੰਦਾ। ਉਹੀ ਤੂਰ ਸਾਹਿਬ ਦੀ ਗੱਲ ਹੈ, ਕਿਉਂਕਿ ਇਹਨਾਂ ਦੇ ਬਹੁਤ ਸਾਰੇ ਫੈਮਿਲੀ ਮੈਂਬਰ ਯੂਐਸ 'ਚ ਹੈ, ਉਸ ਦੇ ਬਾਵਜੂਦ ਕਹਿੰਦੇ ਮੈਂ ਪਿੰਡ ਰਹਿਣਾ ਤੇ ਪਿੰਡ 'ਚ ਹੀ ਸਾਰਾ ਆਪਣਾ ਕੰਮਕਾਰ ਕਰਨਾ ਹੈ। ਜਦੋਂ ਪਿੰਡ ਆਉਂਦੇ ਹੋ ਕੀ ਮਾਹੌਲ ਰਹਿੰਦਾ ਉੱਥੇ? ਖੇਤ ਖੂਤ ਵਾਹਣ ਦਾ ਮੌਕਾ ਮਿਲਦਾ?
ਨਹੀਂ ਪਿੰਡ ਮਤਲਬ ਜਾਈਦਾ ਕਿਉਂਕਿ ਹੁਣ ਆਪਾਂ ਮੋਸਟਲੀ ਦੇਖਦੇ ਹਾਂ ਸਾਰੇ ਬਾਹਰ ਜਾ ਰਹੇ ਆ ਜੀ। ਹੁਣ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਨੇ ਵੀ ਮੈਂ ਇਹ ਭੇਡ ਚੱਲਦਾ ਹਿੱਸਾ ਨਹੀਂ ਬਣਨਾ ਚਾਹੁੰਦਾ ਜੀ ਵੀ ਆਪਾਂ ਇੰਡੀਆ 'ਚ ਰਹਿ ਕੇ ਤੇ ਆਪਾਂ ਪੰਜਾਬ ਦੀ ਸੇਵਾ ਕਰੀਏ। ਜਿੱਦਾਂ ਮੈਂ ਇਹ ਚੇਂਜਸ ਮੈਂ ਆਪਣੇ ਤੋਂ ਸ਼ੁਰੂ ਕਰਨੀ ਚਾਹੁੰਦਾ ਜੀ। ਜਿੱਦਾਂ ਆਪਾਂ ਕਈ ਬੰਦੇ ਬੋਲ ਦਿੰਦੇ ਨੇ ਵੀ ਸਾਰਾ ਪੰਜਾਬ ਬਾਹਰ ਜਾ ਰਿਹਾ, ਪਰ ਉਹਨਾਂ ਨੂੰ ਚਾਹੀਦਾ ਵੀ ਆਪਣੇ ਤੋਂ ਸ਼ੁਰੂਆਤ ਕਰਨ। ਜਿੱਦਾਂ ਹੁਣ ਮੈਂ ਪਿੰਡ ਜਾਂਦਾ, ਮਤਲਬ ਜੇ ਹੁਣ ਸਾਡੇ 20-25 ਘਰ ਨੇ, 20-25 ਘਰਾਂ ਦੇ ਵਿੱਚੋਂ 15-17 ਘਰ ਸਾਰੇ ਬਾਹਰ ਨੇ, ਲੋਕ ਲੱਗੇ ਹੋਏ ਨੇ, ਕੋਈ ਹੋਰ ਬੰਦੇ ਬੈਠੇ ਨੇ ਆ ਕੇ, ਤੇ ਹੁਣ ਪਿੰਡ ਜਾ ਕੇ ਵੀ ਜੀ ਨਹੀਂ ਲੱਗਦਾ ਜੀ। ਤੇ ਪਰ ਉਹ ਆਪਾਂ ਇਹ ਸੋਚ ਰੱਖਿਆ ਵੀ ਅਸੀਂ ਇੱਥੇ ਹੀ ਪੰਜਾਬ 'ਚ ਰਹੀਏ ਜੀ। ਹਾਂਜੀ। ਤੇ ਜਿਹੜੇ ਤੁਹਾਡੀ ਫੈਮਿਲੀ ਮੈਂਬਰਸ ਅਮਰੀਕਾ ਰਹਿੰਦੇ ਆ, ਉਹ ਨਹੀਂ ਕਹਿੰਦੇ ਅਮਰੀਕਾ ਆ ਜਾਓ, ਕੀ ਰੱਖਿਆ ਇੰਡੀਆ 'ਚ? ਕਿਉਂਕਿ ਅੱਜ ਕੱਲ੍ਹ ਇੱਕ ਬਣ ਗਿਆ ਹੈ ਕਿ ਪੰਜਾਬ 'ਚ ਕੁਝ ਨਹੀਂ ਆ ਜੀ, ਚਲੋ ਇੱਥੋਂ ਬਾਹਰ ਨਿਕਲੋ। ਤੁਹਾਡੇ ਮਨ 'ਚ ਨਹੀਂ ਆਉਂਦਾ ਕਿ ਉੱਥੇ ਬੈਟਰ ਫੈਸਿਲਿਟੀਜ਼ ਹੈ, ਕਰੀਅਰ ਜ਼ਿਆਦਾ ਪ੍ਰੋਲੋਂਗ ਕਰ ਸਕਦੇ ਹੋ? ਨਹੀਂ ਭਾਈ, ਹੁਣ ਦੇਖੋ 15 ਸਾਲ ਲਾ ਕੇ ਆਪਾਂ ਇਹ ਮੁਕਾਮ ਤੇ ਪਹੁੰਚੇ ਆਂ ਜੀ। ਉੱਥੇ ਜਾ ਕੇ ਫਿਰ ਦਿਹਾੜੀਆਂ ਕਰਨੀਆਂ, ਉਹ ਫਿਰ ਕਿਸੇ ਦੇ ਗੁਲਾਮ ਹੋਣਾ, ਉਹ ਗੱਲ ਜੱਚਦੀ ਵੀ ਨਹੀਂ ਹੈਗੀ ਹੈ ਨਾ। ਤੇ ਬਾਕੀ ਉਹ ਤਾਂ ਮੇਰੇ ਸਿਸਟਰ ਤਾਂ ਕਹਿੰਦੇ ਨੇ ਵੀ ਇੱਥੇ ਆ ਜਾਓ, ਇੱਥੇ ਸਾਰਾ ਬੈਟਰ ਆ। ਮੈਂ ਕਿਹਾ ਨਹੀਂ ਵੀ ਇੱਥੇ ਹੀ ਠੀਕ ਆ, ਕਿਉਂਕਿ ਹੁਣ ਸਾਰਿਆਂ ਦਾ ਰੁਝਾਨ ਬਾਹਰ ਜਾਣ ਵਾਸਤੇ ਹੋਇਆ ਵੀ ਬਾਹਰ ਜਾਣਾ। ਕੋਈ ਹੁਣ 10ਵੀਂ ਤੋਂ ਆਈਲੈਟਸ ਦੀ ਤਿਆਰੀ ਸ਼ੁਰੂ ਹੋਣ ਲੱਗ ਜਾਂਦੀ, 10ਵੀਂ ਕਲਾਸ ਤੋਂ ਪਲੱਸ 2 ਤੱਕ ਜਾਂਦੇ ਨੰਬਰ ਲੈ ਕੇ ਰੈਡੀ ਹੁੰਦਾ ਸਾਰਾ ਕੁਝ ਜੀ। ਬਿਲਕੁਲ, ਕਰੀਬ 10 ਲੱਖ ਜਿਹੜੇ ਸਟੂਡੈਂਟਸ ਹੈ ਉਹ ਆਲਰੇਡੀ ਪੰਜਾਬ 'ਚੋਂ ਜਾ ਚੁੱਕੇ, ਔਰ ਮੈਨੂੰ ਲੱਗਦਾ ਕਿ ਪੰਜਾਬ 'ਚ ਪੰਜਾਬੀ ਥੋੜੇ ਸਾਲਾਂ 'ਚ ਮਿਨੋਰਟੀ 'ਚ ਆਣਗੇ। ਅੱਛਾ, ਇਹ ਵੀ ਕਾਰਨ ਹੋ ਸਕਦਾ ਨੇ, ਇਹਨਾਂ ਦੇ ਵਾਈਫ ਟੀਚਰ ਨੇ, ਉਹ ਇੱਥੇ ਰਹਿੰਦੇ ਨੇ ਤਾਂ ਇਸ ਲਈ 2 ਮਹੀਨੇ ਨਹੀਂ ਜਾ ਰਹੇ। ਐਵੇਂ ਨਹੀਂ ਇਹ ਵੀ ਆਖਿਆ ਵੀ ਮਤਲਬ ਦੋਵੇਂ ਜਾਣੇ ਅਸੀਂ ਇੱਥੇ ਕਮਾ ਰਹੇ ਨੇ ਵਧੀਆ ਜੀ, ਵੀ ਵੀਕਐਂਡ ਆਪਣਾ ਇੰਜੋਏ ਕਰਦੇ, ਸਾਰਾ ਕੁਝ ਵਧੀਆ ਜੀ। ਹਾਂਜੀ। ਅੱਛਾ, ਪੰਜਾਬ ਦੀ ਗੱਲ ਹੋ ਰਹੀ ਹੈ, ਆਪਾਂ ਜੇ ਏਸ਼ੀਅਨ ਗੇਮਸ ਦੀ ਗੱਲ ਕਰੀਏ, ਪੰਜਾਬ ਤੋਂ ਸਿਰਫ ਔਰ ਸਿਰਫ 30 ਦੇ ਕਰੀਬ ਜਿਹੜੇ ਪਲੇਅਰਸ ਹੈ ਉਹ ਜਾ ਰਹੇ ਨੇ, ਜਦਕਿ ਆਪਣਾ ਪੜੋਸੀ ਹਰਿਆਣਾ 80-85 ਜਿਹੜੇ 80 ਤੋਂ 85 ਪਲੇਅਰਸ ਉੱਥੋਂ ਜਾ ਰਹੇ ਨੇ। ਤੁਹਾਨੂੰ ਲੱਗਦਾ ਕਿ ਗੇਮਸ ਦੇ ਵਿੱਚ ਪੰਜਾਬ ਪਿਛੜ ਰਿਹਾ? ਇਹਦੇ ਵਿੱਚ ਫਿਰ ਉਹੀ ਗੱਲ ਆ ਗਈ ਬਈ ਆਈਲੈਟਸ ਆਪਣਾ ਸਾਰਾ ਬੱਚਿਆਂ ਦਾ ਜਿਹੜਾ ਯੂਥ ਦਾ ਧਿਆਨ ਆ ਸਾਰਾ ਆਈਲੈਟਸ ਵੱਲ ਆ ਜੀ। ਮਤਲਬ ਕੋਈ ਵੀ ਟਾਈਮ ਦੇ ਕੇ ਰਾਜੀ ਨਹੀਂ ਹੈਗਾ ਵੀ ਅਸੀਂ 5 ਸਾਲ ਗੇਮ ਨੂੰ ਦੇ ਕੇ ਦੇਖ ਲਈਏ ਜਾਂ 5 ਸਾਲ ਕੋਈ ਸਟੱਡੀ ਕਰ ਲਈਏ ਵੀ IPS IAS ਬਣੀਏ, ਕੋਈ ਧਿਆਨ ਹੀ ਨਹੀਂ ਹੈਗਾ। ਹੁਣ ਕਿਤੇ ਵੀ ਆਪਾਂ ਬੱਸ ਸਟੈਂਡ ਜਾਂਦੇ ਆ ਜਾਂ ਕਿਤੇ ਵੀ ਜਾਂਦੇ ਆ, ਸਾਰੇ ਆਈਲੈਟਸ ਬੋਰਡ ਲੱਗੇ ਹੋਏ ਨੇ ਬਈ 5 ਬੈੱਡਾਂ 'ਚ ਤੁਸੀਂ ਇੱਥੇ ਜਾਓ, 4.5 ਬੈੱਡਾਂ 'ਚ ਤੁਸੀਂ ਇੱਥੇ ਜਾਓ। ਕਿ ਕਿਤੇ ਆਪਾਂ ਬੋਰਡ ਲੱਗਿਆ ਵੇਖਿਆ ਵੀ ਅਸੀਂ IAS ਦੀ ਤਿਆਰੀ ਕਰਾ ਰਹੇ ਹਾਂ, ਅਸੀਂ ਨੈੱਟ ਦੀ ਤਿਆਰੀ ਕਰਾ ਰਹੇ ਹਾਂ, IPS ਦੀ ਤਿਆਰੀ ਕਰਾ ਰਹੇ ਹਾਂ, ਸਿੱਧਾ ਜੱਜ ਦੇ ਪੇਪਰ ਦੀ ਤਿਆਰੀ ਕਰਾ ਰਹੇ ਹਾਂ, ਇਹ ਕੋਈ ਹੈ ਹੀ ਨਹੀਂਗਾ। ਨਹੀਂ, ਪਰ ਤੂਰ ਸਾਹਿਬ, ਤੁਹਾਨੂੰ ਲੱਗਦਾ ਕਿ ਪਾਲਿਸੀ ਦੇ ਕਾਰਨ ਵੀ ਅਜਿਹਾ ਹੋ ਸਕਦਾ ਹੈ? ਕਿਉਂਕਿ ਅਸੀਂ ਚੰਡੀਗੜ੍ਹ ਦੀ ਹੁਣੇ ਸਪੋਰਟਸ ਪਾਲਿਸੀ ਆਈ ਹੈ, ਹਰਿਆਣਾ ਦੀ ਜਿਹੜੀ ਸਪੋਰਟਸ ਪਾਲਿਸੀ ਹੈ ਉਹਦੇ ਵਿੱਚ ਜਿਹੜੇ ਇਨਾਮੀ ਰਾਸ਼ੀ ਯਾਨੀ ਕਿ ਜੋ ਕੈਸ਼ ਅਵਾਰਡਸ ਨੇ ਉਹ ਫਾਰ ਬੈਟਰ ਨੇ ਪੰਜਾਬ ਦੇ ਨਾਲੋਂ। ਉਹ ਤਾਂ ਹੈਗੇ ਹੀ ਆ। ਹੁਣ ਅਸੀਂ ਇੱਕੋ ਥਾਂ ਮੈਡਲ ਦੇਵਾਂਗੇ। ਮੰਨ ਲਓ ਨੀਰਜ ਨੇ 골ਡ ਦੇਤਾ ਉੱਥੇ, ਉਹਨੂੰ 3 ਕਰੋੜ ਆ, 1.5 ਕਰੋੜ ਆ ਜੀ। ਇਹ ਡਿਫਰੈਂਸ ਤਾਂ ਹੈਗਾ ਹੀ ਆ ਜੀ। ਤੇ ਮੈਨੂੰ ਸੀਗਾ ਵੀ ਜਿਵੇਂ ਹੁਣ ਨਵੀਂ ਖੇਡ ਪਾਲਿਸੀ ਬਣੀ ਆ ਵੀ ਇਹਦੇ ਵਿੱਚ ਕੈਸ਼ ਅਵਾਰਡ ਨੂੰ ਇਨਕਰੀਜ਼ ਕਰਨਗੇ, ਪਰ ਉਹ ਜ਼ਿਆਦਾ ਕੀਤਾ ਨਹੀਂ ਹੈਗਾ ਉਹਨਾਂ ਨੇ। ਸਿਰਫ ਮੈਨੂੰ ਲੱਗਦਾ ਪਾਰਟਿਸਿਪੇਟ ਦਾ ਅਨਾਉਂਸ ਕੀਤਾ, 올림픽 ਪਾਰਟਿਸਿਪੇਟ ਦਾ ਅਨਾਉਂਸ ਕੀਤਾ, ਹੋਰ ਜ਼ਿਆਦਾ ਨਹੀਂ ਕੀਤਾ। ਵੀ ਜਿੱਦਾਂ ਉਹਨਾਂ ਨੇ ਇੱਕ ਚੀਜ਼ ਮੈਨੂੰ ਵਧੀਆ ਲੱਗੀ ਵੀ ਜਿਹੜੇ ਜੂਨੀਅਰ ਨਰਸਰੀ ਆ ਰਹੀ ਆ, ਬੱਚੇ ਆ ਰਹੇ ਆ, ਉਹਨਾਂ ਵਾਸਤੇ ਥੋੜਾ ਜਿਹਾ ਠੀਕ ਲੱਗਾ ਜੀ। ਤੁਹਾਨੂੰ ਲੱਗਦਾ ਇਹ ਕਾਰਨ ਹੈ ਕਿ ਪੰਜਾਬ ਦੇ ਜਿਹੜੇ ਪਲੇਅਰਸ ਨੇ ਹੁਣ ਦੂਸਰੀ ਸਟੇਟਸ ਤੋਂ ਖੇਡਣਾ ਉਹ ਸ਼ੁਰੂ ਹੋ ਗਏ ਨੇ? ਇਹ ਵੀ ਇੱਕ ਰੀਜ਼ਨ ਤਾਂ ਹੈਗਾ ਜੀ। ਹੁਣ ਜਦੋਂ ਆਪਾਂ ਮੰਨ ਲਓ ਹੁਣ ਮੈਂ ਹੀ ਆ ਜੀ, ਹੁਣ ਜੇ ਮੈਂ ਪਹਿਲਾਂ ਹਰਿਆਣੇ ਨੂੰ ਖੇਡਾਂ ਹੁੰਦਾ 3 ਕਰੋੜ ਮੈਨੂੰ ਉਧਰੋਂ ਮਿਲਦਾ, ਹੁਣ ਮੈਂ ਜਾਂਦਾ 3 ਕਰੋੜ ਮੈਂ ਫਿਰ ਮੰਨ ਕੇ ਚੱਲਦਾ, ਤੇ ਡਿਫਰੈਂਸ ਤਾਂ ਬਹੁਤ ਜ਼ਿਆਦਾ ਹੈ ਜੀ ਇਹ ਚੀਜ਼ ਦਾ ਜੀ। ਤਾਂ ਤਜਿੰਦਰ, ਸਭ ਤੋਂ ਪਹਿਲਾਂ ਤਾਂ ਕੱਦ 6 ਫੁੱਟ ਮੇਰਾ ਕੱਦ ਹੈ, ਆ ਸਾਹਮਣੇ ਤੁਸੀਂ ਖੜੇ ਹੋ। ਸਕਰੀਨ ਤੇ ਮੈਂ ਤੁਹਾਨੂੰ ਦੱਸਦਾ, ਦੇਖਣ 'ਚ ਇਸ ਸਮੇਂ ਜਿੰਨੇ ਵੱਡੇ ਪ੍ਰਤੀਤ ਹੋ ਰਹੇ ਨੇ, ਸਕਰੀਨ ਤੇ ਸ਼ਾਇਦ ਤੁਹਾਨੂੰ ਅੰਦਾਜ਼ਾ ਉਹਨਾਂ ਨਾ ਲੱਗੇ। ਪਰ ਤਜਿੰਦਰ, ਇੱਕ ਗੱਲ ਹੈ, ਇੱਕ ਹੁੰਦਾ ਤਾਕਤਵਰ ਦਿਖਣਾ, ਇੱਕ ਹੁੰਦਾ ਤਾਕਤਵਰ ਹੋਣਾ। ਜੋ ਗੋਲਾ ਸੁੱਟਿਆ ਜਾਂਦਾ ਹੈ ਤਕਰੀਬਨ 7.25 ਕਿਲੋ ਦੇ ਲਗਭਗ ਉਸਦਾ ਭਾਰ ਹੁੰਦਾ ਹੈ, ਉਹਨੂੰ ਜ਼ਿਆਦਾ ਦੂਰ ਤੱਕ ਸਿੱਟਣਾ ਹੁੰਦਾ ਦਿਮਾਗ 'ਚ ਕੀ ਕੁਝ ਚੱਲ ਰਿਹਾ। ਕਿਉਂਕਿ ਜਦ ਅਕਸਰ ਹੀ ਅਸੀਂ ਪ੍ਰੈਸ਼ਰ ਦੀ ਸਿਚੁਏਸ਼ਨ 'ਚ ਆਉਂਦੇ ਆ ਤਾਂ ਸਾਡਾ ਦਿਮਾਗ ਕਈ ਵਾਰ ਬਲੈਂਕ ਹੋ ਜਾਂਦਾ, ਸੁੰਨ ਹੋ ਜਾਂਦੇ ਅਸੀਂ। ਨਹੀਂ, ਉਹਦੇ ਵਿੱਚ ਜਦੋਂ ਆਪਾਂ ਸ਼ਾਰਟ ਪੁੱਟ ਸਟਾਰਟ ਕਰਦੇ ਆ, ਬਹੁਤ ਘੱਟ ਸੈਕਿੰਡ ਹੁੰਦੇ ਤੁਹਾਡੇ ਕੋਲ, ਉਹਦੇ ਵਿੱਚ ਤੁਸੀਂ ਜ਼ੋਰ ਵੀ ਮਾਰਨਾ, ਤੁਸੀਂ ਟੈਕਨੀਕ ਵੀ ਕਰਨੀ ਆ ਜੀ, ਬੜੇ ਘੱਟ ਸਮੇਂ ਦੇ ਵਿੱਚ ਹੀ ਸਾਰਾ ਕੁਝ ਕਰਨਾ ਹੁੰਦਾ ਜੀ। ਉਦੋਂ ਬਲੱਡ ਇੰਨਾ ਕਿ ਜ਼ਿਆਦਾ ਵਧਿਆ ਹੁੰਦਾ, ਤੇ ਮਤਲਬ ਇੰਨੇ ਤੁਸੀਂ ਜੋਸ਼ 'ਚ ਹੁੰਦੇ ਆ ਵੀ ਤੁਹਾਨੂੰ ਐਂ ਹੁੰਦਾ ਵੀ ਬਸ ਜਿੰਨਾ ਦੂਰ ਜਾ ਸਕੇ ਵੀ ਸਿੱਟ ਦੇਣਾ ਹੈ। ਤੇ ਇੱਕ ਨਾਲ ਮੇਰਾ ਸਵਾਲ ਹੋਰ ਹੈ, ਜਦ ਤੁਸੀਂ ਖੇਡਾਂ ਵਤਨ ਪੰਜਾਬ ਦੀਆਂ ਪਿਛਲੀ ਵਾਰ ਸੀ, ਹੱਥ 'ਚ ਮਸ਼ਾਲ ਚੱਕ ਕੇ ਉਦੋਂ ਤੁਸੀਂ ਦੌੜ ਲਾਈ ਸੀ,
ਇਸ ਵਾਰ ਦੁਬਾਰਾ ਫੇਰ ਖੇਡਾਂ ਵਤਨ ਪੰਜਾਬ ਦੀ ਹੋ ਰਹੀਆਂ, ਕੀ ਲੱਗਦਾ ਇਸ ਤਰੀਕੇ ਦੀ ਖੇਡਾਂ ਨਾਲ ਹੁਲਾਰਾ ਮਿਲ ਰਿਹਾ ਤੇ ਤੁਹਾਨੂੰ ਕੀ ਲੱਗ ਰਿਹਾ ਇਸ ਸਮੇਂ ਜਦ ਖਿਡਾਰੀ ਉੱਥੇ ਤਾਂ ਕਾਫੀ ਸਾਰੇ ਆ ਜਾਣਗੇ, ਬਾਅਦ ਚ ਫੇਰ ਕਿਤੇ ਨਾ ਕਿਤੇ ਗੁੰਮ ਹੋ ਜਾਂਦੇ ਨੇ, ਉਹਨੂੰ ਹੋਰ ਮੌਕੇ ਨਹੀਂ ਮਿਲਦੇ, ਉਹਦੇ ਲਈ ਕੀ ਲੱਗਦਾ ਕੀ ਕਰਨਾ ਚਾਹੀਦਾ? ਜੀ ਬਿਲਕੁਲ, ਇਹ ਜਿੱਦਾਂ ਹੁਣ ਖੇਡਾਂ ਇੱਕ ਵਧੀਆ ਉਪਰਾਲਾ, ਪਰ ਇਹ 2 ਮਹੀਨਿਆਂ ਬਾਅਦ ਖਤਮ ਹੋ ਜਾਣਾ ਜੀ। ਇਹ ਤੋਂ ਬਾਅਦ ਨਾ ਕਿਸੇ ਨੇ ਮੈਨੂੰ ਲੱਗਦਾ ਵੀ ਪਾਰਟਿਸਿਪੇਟ ਕਰਨਾ, ਪਰ ਇਹਦਾ ਫਾਇਦਾ ਇਹ ਆ ਵੀ ਜਿਵੇਂ ਮੈਡਲ ਲੈਂਦੇ ਨੇ ਖੇਡਾਂ ਵਤਨ ਪੰਜਾਬ 'ਚ, ਪਹਿਲੇ 5 ਬੰਦੇ ਨੇ ਉਹਨਾਂ ਨੂੰ ਸਿਲੈਕਟ ਕਰਨ, ਉਹਨਾਂ ਤੇ ਡਾਈਟ ਦਾ ਖਰਚਾ ਦੇਣ, ਉਹਨਾਂ ਨੂੰ ਕਿਤੇ ਅਕੈਡਮੀ ਦੇ ਵਿੱਚ ਭੇਜਿਆ ਜਾਵੇ ਵੀ ਤਾਂ ਜੋ ਲੰਮੀ ਪਲੈਨਿੰਗ ਦੇ ਨਾਲ ਓਲੰਪਿਕ ਲਈ, ਏਸ਼ੀਅਨ ਗੇਮਸ ਲਈ ਉਹਨਾਂ ਪ੍ਰੈਪਰੇਸ਼ਨ ਕਰਾਈ ਜਾਵੇ, ਫਿਰ ਫਾਇਦਾ ਹੈ ਜੀ। ਤੇ ਤਜਿੰਦਰ ਮੇਰਾ ਆਖਰੀ ਸਵਾਲ ਹੈ, ਇੱਕ ਅੱਜ ਕੱਲ੍ਹ ਨੌਜਵਾਨਾਂ 'ਚ ਕ੍ਰੇਜ਼ ਤਾਂ ਬਹੁਤ ਹੈ ਕਿ ਬਾਡੀ ਬਣਾਉਣੀ ਹੈ, ਪਰ ਉਹਦੇ ਲਈ ਪ੍ਰੋਟੀਨ ਪਾਊਡਰ ਹੋ ਗਏ ਜਾਂ ਹੋਰ ਸਪਲੀਮੈਂਟਸ ਜ਼ਰੂਰ ਲੈ ਰਹੇ ਨੇ, ਪਰ ਤੁਸੀਂ ਜਿੱਥੇ ਤੱਕ ਮੈਂ ਜਾਣਦਾ ਹਾਂ ਕਿ ਤੁਸੀਂ ਨਾਨ ਵੈਜ ਵੀ ਅਵੋਇਡ ਕਰਦੇ ਹੋ, ਬਹੁਤ ਘੱਟ ਖਾਂਦੇ ਹੋ, ਤੇ ਇਸ ਦੇ ਨਾਲ ਹੀ ਵੈਜੀਟੇਰੀਅਨ ਡਾਈਟ ਦੇ ਨਾਲ ਸਰੀਰ ਬਹੁਤ ਸੋਹਣਾ ਬਣਾਇਆ ਹੋਇਆ, ਤੇ ਇੱਕ ਇਹ ਵੀ ਹੈ ਕਿ 6 ਪੈਕ ਨਹੀਂ 6 in 1 ਪੈਕ ਹੀ ਬਣਾਇਆ, ਪਰ ਤਗੜਾ ਪੈਕ ਬਣਾਇਆ। ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿ ਪ੍ਰੋਟੀਨ ਦੇ ਡੱਬੇ ਕੰਮ ਆਉਣਗੇ ਜਾਂ ਫਿਰ ਅਸਲੀ ਖੁਰਾਕ ਜੋ ਸਾਡੀ ਪੁਰਾਣੀ ਪੰਜਾਬ ਦੀ ਸੀ ਉਹੀ ਕੰਮ ਆਉਣੀ ਹੈ? ਉਹ ਇਹ ਸਲਾਹ ਦੇਣਗੇ ਕਿ ਤੁਸੀਂ ਗੋਲ ਗੱਪੇ ਖਾਓ, ਤੁਸੀਂ ਚਾਟ ਖਾਓ, ਕੋਈ ਫਰਕ ਨਹੀਂ ਪੈਂਦਾ। ਨਹੀਂ, ਪਰ ਇਹਦੇ ਵਿੱਚ ਜਿੱਦਾਂ ਆਪਣੇ ਬੋਡੀ weight ਦੇ ਹਿਸਾਬ ਨਾਲ ਆਪਾਂ ਨੂੰ ਪ੍ਰੋਟੀਨ ਦੀ ਰੇਸ਼ੋ ਕੰਪਲੀਟ ਕਰਨੀ ਪੈਂਦੀ, ਜਿਵੇਂ 200 ਤੋਂ 250 ਗ੍ਰਾਮ ਮੈਨੂੰ ਲੈਣਾ ਪੈਂਦਾ, ਉਹਦੇ ਵਿੱਚ ਮੈਂ ਪ੍ਰੋਟੀਨ ਵੀ ਲੈਣਾ ਜੀ, ਉਹਦੇ ਵਿੱਚ ਮੈਂ ਅੰਡੇ ਵੀ ਲੈਣਾ ਜੀ। ਤੇ ਜੇ ਤੁਸੀਂ ਉਹ ਪ੍ਰੋਟੀਨ ਦੀ ਵੈਲਿਊ ਤੁਸੀਂ ਕੰਪਲੀਟ ਨਹੀਂ ਕਰ ਪਾਓਗੇ ਤਾਂ ਤੁਹਾਡੇ ਇੰਜਰੀ, ਤੁਹਾਡੀ ਬੋਡੀ ਐਕਟਿਵ ਨਹੀਂ ਰਹੂਗੀ, ਤੁਹਾਡੀ ਪਰਫਾਰਮੈਂਸ ਨਹੀਂ ਆਊਗੀ। ਪਰ ਮੈਂ ਸਾਰਿਆਂ ਨੂੰ ਇਹੀ ਰਿਕੁਐਸਟ ਕਰਦਾ ਵੀ ਸਟੀਰੋਇਡਸ ਤੋਂ ਦੂਰ ਰਹੋ ਤੇ ਵਧੀਆ ਸਪਲੀਮੈਂਟ ਲਓ, ਮਤਲਬ ਬਿੱਲ ਦੇ ਨਾਲ ਲਓ, ਤੇ ਕਿਸੇ ਦੇ ਕਹੇ ਸੁਣੇ ਤੇ ਸਪਲੀਮੈਂਟ ਨਾ ਲਓ, ਕਿਉਂਕਿ ਅੱਜ ਕੱਲ੍ਹ ਡੋਪਿੰਗ 'ਚ ਬਹੁਤ ਫਸ ਰਹੇ। ਆਪਾਂ ਬਹੁਤ ਮਿਹਨਤ ਕਰਕੇ ਇੱਥੇ ਤੱਕ ਪਹੁੰਚੇ ਆ, ਤੇ ਮੇਰੇ ਨਾਲ ਕਈ ਮੇਰੇ ਜੂਨੀਅਰ ਮੁੰਡੇ ਸੀਗੇ, ਵਧੀਆ ਕਰ ਸਕਦੇ ਸੀ, ਉਹਨਾਂ ਨੂੰ ਕਿਸੇ ਨੇ ਗਲਤ ਗਾਈਡ ਕੀਤਾ ਤੇ ਉਹ ਮੁੰਡੇ ਡੋਪ 'ਚ ਫਸ ਗਏ। ਮੈਂ ਇਹੀ ਸਾਰਿਆਂ ਨੂੰ ਰਿਕੁਐਸਟ ਕਰੂੰਗਾ ਜੀ। ਬਹੁਤ ਧੰਨਵਾਦ। ਦੇਸੀ ਘਿਓ ਕਿੰਨਾ ਖਾਂਦੇ ਹੋ? ਕਿਉਂਕਿ ਇੱਕ ਇਹ ਵੀ ਕਿਹਾ ਜਾਂਦਾ ਬਹੁਤ ਸਾਰੀ ਸਪੋਰਟ ਵਿੱਚ ਵੀ ਦੇਸੀ ਘਿਓ ਤੋਂ ਪਰਹੇਜ਼ ਕਰੋ, ਤੁਸੀਂ ਕਿੰਨਾ ਕੁ ਦੇਸੀ ਘਿਓ ਖਾਂਦੇ ਹੋ? ਨਹੀਂ, ਦੇਸੀ ਘਿਓ ਭਾਈ ਮੇਰਾ ਪੱਕਾ ਹੀ ਹੈ ਜੀ, ਦਾਲ 'ਚ ਰੋਟੀ ਦੇਸੀ ਘਿਓ ਨਾਲ ਪੱਕੀ ਹੈ ਜੀ। ਇਹ ਦੇਸੀ ਖੁਰਾਕਾਂ ਨੇ ਭਾਈ, ਹੁਣ ਇਹ ਜ਼ਰੂਰੀ ਵੀ ਨੇ ਆਪਣੇ ਜੁਆਇੰਟਾਂ ਵਾਸਤੇ, ਲੁਬਰੀਕੈਂਟ ਕਰਦੀਆਂ ਨਾ ਇਹ ਚੀਜ਼ਾਂ। ਹਾਂਜੀ, ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਵੀ ਤੇ ਤੁਹਾਡਾ ਵੀ, ਤੇ ਆਲ ਦ ਵੈਰੀ ਬੈਸਟ। ਡੇਲੀ ਪੋਸਟ ਦੀ ਸਾਰੀ ਟੀਮ ਵੱਲੋਂ ਤੁਹਾਨੂੰ ਬਹੁਤ ਸਾਰੀਆਂ ਵਿਸ਼ੇਸ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇੱਕ ਵਾਰ ਫਿਰ ਤੋਂ ਗੋਲਡ ਮੈਡਲ ਲੈ ਕੇ ਆਓ ਦੇਸ਼ ਦੇ ਲਈ। ਥੈਂਕ ਯੂ ਜੀ। ਮੈਂ ਡੇਲੀ ਪੋਸਟ ਦੇਖ ਰਹੇ ਸਾਰਿਆਂ ਨੂੰ ਬਹੁਤ ਬਹੁਤ ਥੈਂਕ ਯੂ ਕਰਦਾ, ਪਰ ਮੈਨੂੰ ਜ਼ਿਆਦਾ ਮਾਈਕ ਤੇ ਬੋਲਣਾ ਨਹੀਂ ਆਉਂਦਾ, ਜੇ ਕੁਝ ਗਲਤ ਬੋਲਿਆ ਗਿਆ ਤਾਂ ਮਾਫੀ। ਅੱਜ ਤਾਂ ਫਿਰ ਵੀ ਤੁਸੀਂ ਥੋੜੇ ਵੱਡੇ ਜਵਾਬ ਦਿੱਤੇ ਨੇ, ਅਦਰਵਾਈਜ਼ ਤਾਂ ਤੁਸੀਂ ਬਹੁਤ ਘੱਟ ਬੋਲਦੇ ਹੋ। ਮੈਨੂੰ ਪਤਾ ਨਹੀਂ, ਜਦੋਂ ਕੈਮਰਾ ਸਟਾਰਟ ਹੋ ਜਾਂਦਾ ਜਾਂ ਮੈਂ ਮਾਈਕ ਤੇ ਜਾਂਦਾ ਸਟੇਜ ਤੇ ਬੋਲਣ, ਮੇਰੀ ਆਵਾਜ਼ ਕੰਬਣ ਲੱਗ ਜਾਂਦੀ ਹੈ ਜੀ, ਮੇਰੀ ਜ਼ਿਆਦਾ ਹਾਰਟ ਬੀਟ ਵੱਧ ਜਾਂਦੀ ਹੈ ਜੀ। ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ। ਪਿਛਲੀ ਵਾਰ ਨਾਲੋਂ ਬਹੁਤ ਜ਼ਿਆਦਾ ਬੋਲਿਓ। ਹਾਂ, ਨਹੀਂ ਯਾਰ, ਕੀ ਮੈਨੂੰ ਵੀ ਲੱਗਿਆ ਵੀ ਮੈਂ ਠੀਕ ਬੋਲਿਆ ਯਾਰ ਕੀ। ਤੁਸੀਂ ਜਦੋਂ ਗੋਲਡ ਮੈਡਲ ਲੈ ਕੇ ਆਓਗੇ ਨਾ, ਸਿੱਧਾ ਡੇਲੀ ਪੋਸਟ ਦੇ ਆਫਿਸ ਆਇਓ, ਫਿਰ ਅਸੀਂ ਤੁਹਾਡੀ ਹੋਰ ਪ੍ਰੈਕਟਿਸ ਕਰਾ ਦਾਂਗੇ। ਨਹੀਂ, ਥੈਂਕ ਯੂ ਸੋ ਮਚ ਜੀ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਤਾਂ ਇਹ ਸੀ ਸਾਡਾ ਡਿਨਰ ਤੇਜਿੰਦਰਪਾਲ ਸਿੰਘ ਧੂਰ। ਤੇ ਹਾਲਾਂਕਿ ਉਹ ਕਹਿ ਰਹੇ ਸੀ ਮੈਨੂੰ ਇੰਟਰਵਿਊ ਦਿੰਦੇ ਹੋਏ ਬਹੁਤ ਇਵੇਂ ਟੈਨਸ਼ਨ ਹੋ ਜਾਂਦੀ ਹੈ, ਮੈਂ ਬਹੁਤ ਨਰਵਸ ਵੀ ਹੋ ਜਾਣਾ, ਪਰ ਉਹਨਾਂ ਨੇ ਬਹੁਤ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਦਿੱਤੇ। ਹਾਲਾਂਕਿ ਥੋੜੇ ਜਿਹੇ ਨਾਖੁਸ਼ ਪੰਜਾਬ ਸਰਕਾਰ ਦੀ ਜਿਹੜੀ ਸਪੋਰਟਸ ਪਾਲਿਸੀ ਹੈ ਉਸ ਤੋਂ ਹੋ ਨਜ਼ਰ ਆਏ। ਉਹਨਾਂ ਨੇ ਕਿਹਾ ਕਿ ਇਹ ਹੋਰ ਵਧੀਆ ਹੋਣੀ ਚਾਹੀਦੀ ਹੈ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਪਲੇਅਰ ਪੰਜਾਬ ਦੇ ਸਕੇ। ਫਿਲਹਾਲ ਮਹਿਜ਼ 20 ਦਿਨ ਰਹਿ ਗਏ ਨੇ ਜਦੋਂ ਉਹਨਾਂ ਨੇ ਏਸ਼ੀਅਨ ਗੇਮਸ ਦੇ ਵਿੱਚ ਦੇਸ਼ ਨੂੰ ਰਿਪਰੈਜ਼ੈਂਟ ਕਰਨਾ ਹੈ, ਤੇ ਉਮੀਦ ਇਹੀ ਕੀਤੀ ਜਾ ਰਹੀ ਹੈ ਕਿ ਇੱਕ ਵਾਰ ਫਿਰ ਤੋਂ ਤੇਜਿੰਦਰਪਾਲ ਸਿੰਘ ਧੂਰ ਜਿਹੜੇ ਨੇ ਉਹ ਦੇਸ਼ ਦੇ ਲਈ ਗੋਲਡ ਮੈਡਲ ਲੈ ਕੇ ਆਉਣਗੇ। ਇਸ ਦੇ ਵਿੱਚ ਇੰਨਾ ਹੀ। ਤੁਸੀਂ ਦੇਖਦੇ ਰਹੋ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ।